ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਪੰਜਾਬ ਅਤੇ ਦੇਸ਼ ਨਾਲ ਜੁੜੇ ਖਾਸ ਮੁੱਦੇ ਤੇ ਚਰਚਾ ਕਰਾਂਗੇ ਅਤੇ ਚਰਚਾ ਕਰਨ ਲਈ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਜੀ ਸੋ बहुत ही इस समय सुर्खियां ਵਿੱਚ ਹੈ ਸੰਗਰੂਰ ਜ਼ਿਮਨੀ ਚੋਣ, ਉਸ ਨੂੰ ਲੈ ਕੇ ਖੁੱਲ ਕੇ ਗੱਲ ਕਰਾਂਗੇ ਸਾਰੀ ਪਾਰਟੀਆਂ ਬਾਰੇ ਕਿ ਕਿਸ ਤਰੀਕੇ ਦੇ ਹੁਣ ਹਾਲਾਤ ਨਜ਼ਰ ਆ ਰਹੇ ਨੇ, ਕਿਉਂਕਿ ਅੱਜ ਅਰਵਿੰਦ ਕੇਜਰੀਵਾਲ ਵੀ ਰੋਡ ਸ਼ੋਅ ਕਰਨਗੇ ਆਪ ਦੀ ਹਮਾਇਤ ਦੇ ਵਿੱਚ। ਤੇ ਦੂਸਰੇ ਪਾਸੇ ਅਗਰ ਗੱਲ ਕਰੀਏ ਤਾਂ ਅਗਨੀਪਥ ਸਕੀਮ ਨੂੰ ਲੈ ਕੇ ਵੀ ਕੀ ਖਾਸ ਅਪਡੇਟ ਆਇਆ। ਫੌਜ ਦੇ 3 ਸੀਨੀਅਰ ਅਧਿਕਾਰੀਆਂ ਵੱਲੋਂ ਜੋ ਹੈ ਪ੍ਰੈਸ ਕਾਨਫਰੰਸ ਕੀਤੀ ਗਈ, ਕੀ ਉਹਨਾਂ ਨੇ ਕਿਹਾ, ਇਸ ਬਾਰੇ ਵੀ ਪੂਰੀ ਜਾਣਕਾਰੀ ਤੁਹਾਡੇ ਤੋਂ ਲਵਾਂਗੇ। ਪਰ ਸ਼ੁਰੂਆਤ ਸੰਗਰੂਰ ਜ਼ਿਮਨੀ ਚੋਣ ਤੋਂ ਕਰਨਾ ਚਾਹਾਂਗੇ। ਵਿਰੋਧੀ ਵੀ ਇਲਜ਼ਾਮਾਂ ਦੀ ਸਿਆਸਤ ਖੇਡ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜੋ ਨੇ ਕਰਪਸ਼ਨ ਦੇ ਇਲਜ਼ਾਮਾਂ ਦੇ ਨਾਲ ਵਿਰੋਧੀਆਂ ਦੇ ਉੱਪਰ ਨਿਸ਼ਾਨਾ ਲਗਾ ਰਹੇ ਨੇ ਲਗਾਤਾਰ। ਕੀ ਕਹੋਗੇ ਇਸ ਬਾਰੇ? ਦੇਖੋ, ਅੱਜ ਦਿਨ ਬਹੁਤ ਅਹਿਮ ਹੈ ਹਰਜੋਤ ਜੀ। ਪਹਿਲਾਂ ਤਾਂ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸੰਗਰੂਰ ਜ਼ਿਮਨੀ ਚੋਣ ਨੂੰ ਬਹੁਤ ਘੱਟ ਸਮਾਂ ਰਹਿ ਗਿਆ। ਅੱਜ ਅਸੀਂ 20 ਜੂਨ ਦੇ ਵਿੱਚ ਪਹੁੰਚ ਗਏ ਹਾਂ ਔਰ ਕੱਲ 21 ਜੂਨ ਨੂੰ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਖਤਮ ਹੋ ਜਾਣਾ। ਸੋ ਅੱਜ ਔਰ ਕੱਲ ਦਾ ਦਿਨ ਹੈ ਜਿਹੜਾ, ਇਹਦੀ ਬਹੁਤ ਵੱਡੀ ਅਹਿਮੀਅਤ ਹੈ ਇਸ ਵਕਤ। ਔਰ ਅਸੀਂ ਜੇ ਚੀਜ਼ਾਂ ਨੂੰ ਵੇਖੀਏ, ਅੱਜ ਅਰਵਿੰਦ ਕੇਜਰੀਵਾਲ ਆ ਸਕਦੇ ਨੇ। ਇਹ ਸਵਾਲ ਲਗਾਤਾਰ ਉੱਠ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਜਾਂ ਰਾਘਵ ਚੱਡਾ ਹਜੇ ਤੱਕ ਖੁੱਲ ਕੇ ਇਸ ਪ੍ਰਚਾਰ ਦੇ ਵਿੱਚ ਕਿਉਂ ਨਹੀਂ ਆਏ। ਆਮ ਆਦਮੀ ਪਾਰਟੀ ਜ਼ਰੂਰ ਕਿਤੇ ਨਾ ਕਿਤੇ ਸੋਚ ਰਹੀ ਹੋਣੀ, ਕਿਉਂਕਿ ਰਾਘਵ ਚੱਡਾ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੰਨੀ ਸ਼ਮੂਲੀਅਤ ਵਿਖਾਈ, ਜਿੰਨੀ ਆਪਣੀ ਉਪਲਬਧਤਾ ਵਿਖਾਈ, ਉਹਦੇ ਨਾਲ ਉਸ ਤੋਂ ਬਾਅਦ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਵੀ ਭੇਜਿਆ ਗਿਆ। ਸੋ ਅਚਾਨਕ ਹੀ ਉਹਨਾਂ ਦਾ ਇਹਨਾਂ ਚੋਣਾਂ ਦੇ ਵਿੱਚ ਸਰਗਰਮ ਨਾ ਹੋਣਾ ਜ਼ਿਮਨੀ ਚੋਣ ਦੇ ਵਿੱਚ, ਇਹ ਵੀ ਹੈਰਾਨੀ ਪੈਦਾ ਕਰਦਾ ਹੈ। ਤੇ ਹੁਣ ਤੱਕ ਅਗਰ ਅਰਵਿੰਦ ਕੇਜਰੀਵਾਲ ਨਹੀਂ ਆਏ ਤੇ ਉਹ ਵੀ ਕਾਫੀ ਹੈਰਾਨੀ ਵਾਲੀ ਗੱਲ ਸੀ ਜਿਹੜੀ ਆਮ ਲੋਕਾਂ ਦੇ ਲਈ ਬਣੀ ਹੋਈ ਸੀ। ਪਰ ਹੁਣ ਅਰਵਿੰਦ ਕੇਜਰੀਵਾਲ ਜੀ ਜਿਹੜੇ ਨੇ ਅੱਜ ਆ ਰਹੇ ਨੇ, ਇਹ ਖਬਰਾਂ ਜਿਹੜੀਆਂ ਆ ਗਈਆਂ ਨੇ। ਸੋ ਹੁਣ ਇਹ ਵੀ ਹੋ ਸਕਦਾ ਕਿ ਰਾਘਵ ਚੱਡਾ ਵੀ ਉਹਨਾਂ ਦੇ ਨਾਲ ਆਉਣ। ਇਹ ਤਾਂ ਉਦੋਂ ਪਤਾ ਲੱਗੇਗਾ ਜਦੋਂ ਆਉਣਗੇ। ਪਰ ਚੋਣ ਮੁਕਾਬਲਾ ਪੂਰੀ ਤਰ੍ਹਾਂ ਨਾਲ ਖੁੱਲ ਗਿਆ। ਔਰ ਜਿਵੇਂ ਤੁਸੀਂ ਸਵਾਲ ਕੀਤਾ, ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ 'ਚ ਭਗਵੰਤ ਮਾਨ ਨੇ ਪਿਛਲੇ ਕੁਝ ਦਿਨਾਂ ਤੋਂ ਕੰਪੇਨ ਸੰਭਾਲੀ ਹੋਈ ਹੈ। ਔਰ ਅਰਵਿੰਦ ਕੇਜਰੀਵਾਲ ਲਗਾਤਾਰ ਕਰਪਸ਼ਨ ਦੇ ਨਾਂ ਤੇ ਲੋਕਾਂ 'ਚ ਜਾ ਰਹੇ ਨੇ, ਕਰਪਸ਼ਨ ਦੇ ਖਿਲਾਫ ਆਪਣਾ ਏਜੰਡਾ ਦਿਖਾ ਰਹੇ ਨੇ। ਵਿਜੀਲੈਂਸ ਨੂੰ ਸਖਤ ਹਦਾਇਤਾਂ ਨੇ। ਸਾਧੂ ਸਿੰਘ ਧਰਮਸੋਤ ਗ੍ਰਿਫਤਾਰ ਹੋਏ, ਆਪਣਾ ਮੰਤਰੀ ਬਰਖਾਸਤ ਕੀਤਾ। ਇੱਕ ਸਾਬਕਾ ਐਮਐਲਏ ਨੂੰ ਰੇਤ ਮਾਈਨਿੰਗ ਦੇ ਇਲਜ਼ਾਮ, ਗੈਰ ਕਾਨੂੰਨੀ ਇਲੀਗਲ ਮਾਈਨਿੰਗ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕਰ ਲਿਆ। ਔਰ ਕਈ ਮਹਿਕਮਿਆਂ ਦੀ ਜਾਂਚ ਖੋਲ੍ਹਣ ਦਾ ਐਲਾਨ ਕੀਤਾ। ਰਾਜਾ ਵੜਿੰਗ ਬਾਰੇ ਬੱਸਾਂ ਦੀ ਜਿਹੜੀ ਹੈ, ਭਗਵੰਤ ਮਾਨ ਨੇ ਚੈਸੀਆਂ ਦੇ ਮਾਮਲੇ ਤੇ ਗੱਲ ਕਹੀ ਜਲੰਧਰ 'ਚ ਕਿ ਅਸੀਂ ਜਾਂਚ ਕਰਾਂਗੇ। ਔਰ ਇਹਦੇ ਨਾਲ ਇੱਕ ਦੋ ਮੰਤਰੀ ਨੇ, ਉਹਨਾਂ ਦੇ ਖਿਲਾਫ ਵਿਜੀਲੈਂਸ ਦੇ ਵਿੱਚ ਜਾਂਚ ਸ਼ੁਰੂ ਹੋਈ। ਔਰ ਇੱਥੋਂ ਤੱਕ ਚਰਚਾਵਾਂ ਨੇ ਕਿ ਇਹਦਾ ਭਗਵੰਤ ਮਾਨ ਉਹਨਾਂ ਨੂੰ ਕਾਫੀ ਪ੍ਰਭਾਵੀ ਅਸਰ ਦਿਖ ਰਿਹਾ ਲੋਕਾਂ 'ਚ, ਕਿਉਂਕਿ ਕਾਂਗਰਸ ਦੇ ਜਿਹੜੇ ਲੀਡਰ ਨੇ ਕਈ, ਉਹ ਅਦਾਲਤਾਂ 'ਚ ਚਲੇ ਗਏ। ਕੱਲ ਇੱਥੋਂ ਤੱਕ ਖਬਰਾਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਰਹੀਆਂ। ਔਰ ਕਈ ਜਿਹੜੇ ਜਾਗਰੂਕ ਲੋਕ ਨੇ ਉਹ ਪੱਤਰਕਾਰਾਂ ਨੂੰ ਵੀ ਸਵਾਲ ਕਰਦੇ ਰਹੇ ਕਿ ਪਤਾ ਤਾਂ ਕਰੋ ਕਿਹੜੇ ਮੰਤਰੀ ਜੀ ਨੇ ਜਿਹੜੇ ਦੇਸ਼ ਤੋਂ ਬਾਹਰ ਚਲੇ ਗਏ ਨੇ। ਹੁਣੇ ਹਜੇ ਤੱਕ ਮੈਨੂੰ ਵੀ ਨਹੀਂ ਪਤਾ ਲੱਗਿਆ ਕਿ ਕਿਹੜੇ ਸਾਬਕਾ ਮੰਤਰੀ ਨੇ ਜਿਹੜੇ ਦੇਸ਼ ਤੋਂ ਬਾਹਰ ਚਲੇ ਗਏ ਨੇ। ਪਰ ਮੈਨੂੰ ਵੀ ਕਿਸੇ ਨੇ, ਜਿਹੜੇ NGO ਵਾਲੇ ਹੁੰਦੇ ਨੇ, ਉਹਨਾਂ ਨੇ ਵੌਇਸ ਮੈਸੇਜ ਪਾ ਕੇ ਪੁੱਛਣਾ ਚਾਹਿਆ ਕਿ ਤੁਸੀਂ ਪੱਤਰਕਾਰ ਇਹ ਕਿਉਂ ਨਹੀਂ ਪਤਾ ਕਰ ਰਹੇ ਵੀ ਕਿਹੜੇ ਮੰਤਰੀ, ਸਾਬਕਾ ਮੰਤਰੀ ਬਾਹਰ ਚਲੇ ਗਏ ਨੇ ਤੇ ਕਿਉਂ। ਸੋ ਸਵਾਲ ਬਹੁਤ ਵੱਡਾ। ਹੁਣ ਮੈਂ ਕਾਂਗਰਸ ਵਾਲਿਆਂ ਨੂੰ ਬੇਨਤੀ ਕਰੂੰਗਾ ਭਾਈ ਕਿ ਜੇ ਤੁਹਾਡੇ ਕੋਈ ਲੀਡਰ, ਕੋਈ ਸਾਬਕਾ ਮੰਤਰੀ, ਕੋਈ ਐਕਸ MLA ਅਗਰ ਦੇਸ਼ ਤੋਂ ਬਾਹਰ ਗਏ ਨੇ ਤੇ ਤੁਸੀਂ ਟਵੀਟ ਪਾ ਦਿਓ ਤਾਂ ਕਿ ਕੋਈ ਵੀ ਜਿਹੜੀ ਕਲੈਰਿਟੀ ਹੈ ਇਸ ਮਸਲੇ ਤੇ ਪੂਰੀ ਆ ਜੇ। ਨਹੀਂ ਤਾਂ ਅੱਜ ਕੱਲ੍ਹ ਇਹ ਵੀ ਮੁੱਦਾ ਬਣ ਜਾਂਦਾ, ਕਿਉਂਕਿ ਚੋਣਾਂ ਦਾ ਸਮਾਂ, ਸੰਗਰੂਰ ਜ਼ਿਮਨੀ ਚੋਣ ਇੰਨੀ ਗੰਭੀਰ ਹੈ। ਰਾਜਾ ਵੜਿੰਗ ਉੱਥੇ ਪ੍ਰਚਾਰ ਕਰ ਰਹੇ ਨੇ। ਰਾਜਾ ਵੜਿੰਗ ਦੇ ਨਾਲ ਕਈ ਜਿਹੜੇ ਮੀਤ ਪ੍ਰਧਾਨ ਲਾਏ ਸੀ, ਹੋਰ ਲਾਏ ਸੀ, ਕਿ ਉਹ ਸਾਰੇ ਇਕੱਠੇ ਉੱਥੇ ਪਹੁੰਚੇ ਨੇ। ਕਈ ਹੋਰ ਉਹਨਾਂ ਦੇ ਨਾਲ ਜਿਹੜੇ ਅਹੁਦੇਦਾਰ ਸੀ, ਕੋਈ ਸਮੂਹਿਕ ਫੋਟੋ ਪਾ ਦਿਓ। ਹੋ ਸਕਦਾ ਉਹ ਪ੍ਰਚਾਰ ਕਰਦੇ ਵੀ ਹੁਣ, ਪਰ ਵਿਰੋਧੀਆਂ ਨੇ ਇਹਨੂੰ ਟੂਲ ਬਣਾ ਲਿਆ ਕਿ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਉਹ ਦੇਸ਼ ਛੱਡ ਕੇ ਚਲੇ ਗਏ ਨੇ। ਹੁਣ ਉਹ ਪਤਾ ਕਰਨ ਦਾ ਵਿਸ਼ਾ ਹੈ ਕਿ ਕਿਹੜੇ ਚਲੇ ਗਏ ਨੇ ਤੇ ਕਿਹੜੇ ਸਾਬਕਾ ਮੰਤਰੀ ਨੇ ਜਿਹੜੇ ਬਾਹਰ ਚਲੇ ਗਏ ਨੇ। ਹੋ ਸਕਦਾ ਕਿਸੇ ਦਾ ਕੋਈ ਨਿੱਜੀ ਰੁਝੇਵਾਂ ਹੋਵੇ ਹਰਜੋਤ ਜੀ, ਕਿਸੇ ਨੇ ਅੱਜ ਕੱਲ੍ਹ, ਕਿਉਂਕਿ ਜਿਹੜੇ ਸਾਡੇ ਸਾਬਕਾ ਕਈ
ਮੰਤਰੀ ਜਾਂ ਐਕਸ ਐਮਐਲਏ ਹੁੰਦੇ ਨੇ, ਉਹਨਾਂ ਦੇ ਤਾਂ ਵੀਜ਼ੇ ਲੱਗੇ ਹੁੰਦੇ ਨੇ, ਉਹਨਾਂ ਨੇ ਕਿਹੜਾ ਲੈਣਾ 'ਚ ਲੱਗਣਾ। ਸੋ ਉਹਨਾਂ ਦੇ ਵੀਜ਼ੇ ਲੱਗੇ ਹੁੰਦੇ ਨੇ। ਕਈ ਵਾਰੀ ਉਹ ਜਦੋਂ ਗਰਮੀ ਜੀ ਜ਼ਿਆਦਾ ਪੈਂਦੀ ਹੈ ਤੇ ਘੁੰਮਣ ਫਿਰਨ ਹੀ ਚਲੇ ਜਾਂਦੇ ਆ, ਕਈ ਵਾਰੀ ਬਾਹਰਲੇ ਮੁਲਕਾਂ 'ਚ, ਠੰਡੇ ਮੁਲਕਾਂ 'ਚ ਚਲੇ ਜਾਂਦੇ ਨੇ। ਕੈਪਟਨ ਅਮਰਿੰਦਰ ਦਾ ਵੀ ਖੁਦ ਨਹੀਂ ਪਤਾ, ਇਹ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੈਪਟਨ ਅਮਰਿੰਦਰ ਅੱਜ ਕੱਲ੍ਹ ਕਿੱਧਰ ਨੇ, ਵੀ ਪੰਜਾਬ 'ਚ ਨੇ ਜਾਂ ਹਿਮਾਚਲ 'ਚ ਚਲੇ ਗਏ ਨੇ ਜਾਂ ਵਿਦੇਸ਼ ਚਲੇ ਗਏ ਨੇ। ਸੋ ਇਸ ਕਰਕੇ ਇਹ ਚਰਚਾਵਾਂ ਬਹੁਤ ਚੱਲ ਰਹੀਆਂ ਨੇ। ਬਾਕੀ ਜੇ ਕੋਈ ਕਰਪਸ਼ਨ ਦੇ ਡਰ ਤੋਂ ਦੇਸ਼ ਛੱਡ ਕੇ ਬਾਹਰ ਗਿਆ ਤੇ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਹੈ। ਵਿਜੀਲੈਂਸ ਬਿਊਰੋ ਨੂੰ ਫਿਰ ਇਸ ਪਾਸੇ ਧਿਆਨ ਰੱਖਣਾ ਚਾਹੀਦਾ ਹੈ ਵੀ ਭਾਈ ਤੁਸੀਂ ਇੱਥੇ ਜਾਂਚ ਕਰ ਰਹੇ ਹੋ, ਤੁਸੀਂ ਫਾਈਲਾਂ ਤਿਆਰ ਕਰ ਰਹੇ ਹੋ ਤੇ ਤੁਹਾਨੂੰ ਪਤਾ ਲੱਗੇ ਕਿ ਜਿਹਨੂੰ ਅਸੀਂ ਪੁੱਛਗਿੱਛ ਲਈ ਸੱਦਣਾ ਹੈ ਉਹ ਪਹਿਲਾਂ ਹੀ ਮੁਲਕ ਤੋਂ ਬਾਹਰ ਚਲਾ ਗਿਆ, ਉਹਦੇ ਨਾਲ ਜਾਂਚ ਪ੍ਰਭਾਵਿਤ ਹੋਏਗੀ। ਪਰ ਇਹ ਵਿਸ਼ਾ ਬੜਾ ਅਤਿਅੰਤ ਜਿਹੜਾ ਚਰਚਾ ਦਾ ਬਣਿਆ ਹੋਇਆ। ਸੋ ਅੱਜ ਮੈਂ ਕੋਸ਼ਿਸ਼ ਕਰੂੰਗਾ ਪਤਾ ਕਰੀਏ ਵੀ ਉਹ ਕਿਹੜੇ ਸਾਬਕਾ ਐਮਐਲਏ ਸਾਹਿਬ ਨੇ, ਮੰਤਰੀ ਸਾਹਿਬ ਨੇ ਜਿਹੜੇ ਵਿਦੇਸ਼ ਚਲੇ ਗਏ, ਤੇ ਕਾਰਨ ਪਤਾ ਕਰਾਂਗੇ। ਹੋ ਸਕਦਾ ਕਿਤੇ ਵਿਆਹ ਤੇ ਹੀ ਗਏ ਹੋਣ, ਕਿਸੇ ਰਿਸ਼ਤੇਦਾਰ ਦੀ ਕੋਈ ਉੱਥੇ ਠਾਕਾ ਠੁਕਾ ਹੋਵੇ, ਉੱਥੇ ਗਏ ਹੋਣ। ਸੋ ਕੁਝ ਨਹੀਂ ਪਤਾ ਹੁੰਦਾ ਕਿੱਥੇ ਇਹ ਲੋਕ ਗਏ ਹੋਣਗੇ, ਛੁੱਟੀਆਂ ਤੇ ਗਏ ਹੋ ਸਕਦੇ ਆ। ਪਰ ਇਹ ਮਸਲਾ ਬੜਾ ਗੰਭੀਰ ਹੈ। ਹੁਣ ਇਹਦੇ ਨਾਲ ਕਨੈਕਟ ਹੁੰਦੀ ਹੈ ਗੱਲ। ਦੇਖੋ ਇਹਨੂੰ ਭਗਵੰਤ ਮਾਨ ਦੀ ਜਿਹੜੀ ਕਰਪਸ਼ਨ ਖਿਲਾਫ ਲੜਾਈ ਹੈ, ਕਈ ਲੋਕ ਉਹਦਾ ਅਸਰ ਦੱਸ ਰਹੇ ਨੇ, ਤੇ ਦੂਜੇ ਪਾਸੇ ਵਿਰੋਧੀ ਵੀ ਕਿਹੜਾ ਘੱਟ ਹੈ। ਸੁਖਬੀਰ ਬਾਦਲ ਦਾ ਕੱਲ ਮੈਂ ਬਿਆਨ ਪੜਿਆ ਸੋਸ਼ਲ ਮੀਡੀਆ ਤੇ। ਸੁਖਬੀਰ ਬਾਦਲ ਕਹਿੰਦਾ, ਰਾਜਾ ਵੜਿੰਗ ਦਾ ਵੀ ਮੈਂ ਬਿਆਨ ਟਵੀਟ ਪੜਿਆ। ਰਾਜਾ ਵੜਿੰਗ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿਹੜੇ ਨੇ ਇਹਨਾਂ ਨੂੰ ਸਿਰਫ ਪਬਲਿਸਿਟੀ ਦੀ ਆਕਸੀਜਨ ਮਿਲ ਰਹੀ ਹੈ। ਕਹਿੰਦੇ ਇਹ ਪਬਲਿਸਿਟੀ ਦੀ ਆਕਸੀਜਨ ਤੇ ਸਰਵਾਈਵ ਕਰ ਰਹੇ ਨੇ। ਔਰ ਰਾਜਾ ਵੜਿੰਗ ਜੀ ਕਹਿੰਦੇ ਕਿ ਇਹ ਬਹੁਤ ਤੇਜ਼ੀ ਦੇ ਨਾਲ ਪ੍ਰਚਾਰ ਕਰ ਰਹੇ ਨੇ। ਔਰ ਪਹਿਲੇ ਮਹੀਨੇ 'ਚ ਰਾਜਾ ਵੜਿੰਗ ਜੀ ਕਹਿੰਦੇ ਇਹਨਾਂ ਨੇ 24 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਤੇ ਲਾਏ। ਇਸੇ ਤਰ੍ਹਾਂ ਦਾ ਇਲਜ਼ਾਮ ਸੁਖਬੀਰ ਬਾਦਲ ਨੇ ਵੀ ਦਿੱਤਾ। ਸੁਖਬੀਰ ਬਾਦਲ ਵੀ ਕਹਿੰਦੇ ਵੀ ਆਪ ਵਾਲਿਆਂ ਨੇ ਪਹਿਲੇ ਮਹੀਨੇ 24 ਕਰੋੜ ਦਾ ਇਸ਼ਤਿਹਾਰਾਂ ਤੇ ਖਰਚਾ ਕੀਤਾ। ਪਰ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਨੂੰ ਕਲੈਰਿਟੀ ਦੇ ਦੇਣੀ ਚਾਹੀਦੀ ਹੈ ਵੀ ਪਹਿਲੇ ਮਹੀਨੇ ਕਿੰਨੇ ਕਰੋੜ ਦੇ ਇਸ਼ਤਿਹਾਰ ਦਿੱਤੇ। ਅਗਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੰਡੇ ਗਏ, ਇੱਕ ਮਹੀਨੇ 'ਚ 24 ਕਰੋੜ ਅਗਰ ਮੰਨ ਲਿਆ ਜਾਵੇ ਆਮ ਆਦਮੀ ਪਾਰਟੀ ਨੇ ਲਾਏ, ਇਹ ਛੁੱਟੀਆਂ ਕੱਢ ਦਈਏ ਜੇ ਆਪਾਂ 4 ਜਾਂ ਦੂਜੀਆਂ ਛੁੱਟੀਆਂ ਕੱਢ ਦਈਏ ਤਾਂ ਕਰੋੜ ਰੁਪਇਆ ਪ੍ਰਤੀ ਦਿਹਾੜੀ ਹੋ ਗਿਆ। ਸੋ ਇਹ ਮਤਲਬ ਫਿਰ ਇਹ ਬਹੁਤ ਚਿੰਤਾਜਨਕ ਸਥਿਤੀ ਆ ਅਗਰ ਅਜਿਹਾ ਹੈ। ਮੈਂ ਅਗਰ ਕਹਿ ਰਿਹਾ ਹਰਜੋਤ ਜੀ, ਪਰ ਇਹ ਮੈਟਰ ਆਫ ਡਿਸਕਸ਼ਨ ਹੈ। ਔਰ ਇਹਦੇ ਤੇ ਭਗਵੰਤ ਮਾਨ ਜੀ ਨੂੰ ਜ਼ਰੂਰ ਆਪਣੀ ਖੁੱਲੀ ਗੱਡੀ 'ਚ ਖੜੇ ਹੋ ਕੇ ਹੀ ਪੱਤਰਕਾਰਾਂ ਨੂੰ ਦੱਸ ਦੇਣਾ ਚਾਹੀਦਾ ਵੀ ਭਾਈ 24 ਕਰੋੜ ਨਹੀਂ, ਅਸੀਂ ਤਾਂ 20 ਲੱਖ 25 ਲੱਖ 50 ਲੱਖ ਜਾਂ 1 ਕਰੋੜ ਜਾਂ 2 ਕਰੋੜ ਦੇ ਇਸ਼ਤਿਹਾਰ ਦਿੱਤੇ ਆ। ਕਿਉਂਕਿ ਅਗਰ ਇੰਨੇ ਪੈਸੇ ਇਸ਼ਤਿਹਾਰਾਂ ਤੇ ਖਰਚੇ ਕੀਤੇ ਜਾ ਰਹੇ ਨੇ 24 ਕਰੋੜ, ਤੇ ਫਿਰ ਜਿਹੜੇ ਆਪਾਂ ਗੱਲਾਂ ਕਰਦੇ ਹਾਂ ਵੀ ਅਸੀਂ ਪੈਨਸ਼ਨਾਂ ਇੱਕ ਕਰਤੀਆਂ, ਹੁਣ ਪੂਰੀਆਂ ਪੈਨਸ਼ਨਾਂ ਵਿਧਾਇਕਾਂ ਦੀਆਂ ਰੋਕ ਕੇ ਵੀ, ਤੇ ਜੇ ਆਪਾਂ 20 24 ਕਰੋੜ ਰੁਪਏ ਇਸ਼ਤਿਹਾਰਾਂ ਤੇ ਖਰਚਾਂਗੇ ਫਿਰ ਤਾਂ ਕ੍ਰਿਟਿਸਿਜ਼ਮ ਹੋਊਗਾ, ਵਿਰੋਧੀ ਤਰ੍ਹਾਂ ਕਰਨਗੀਆਂ। ਜੀ ਬਿਲਕੁਲ। ਇਸ ਦੇ ਨਾਲ ਹੀ ਸ਼ਰਾਬ ਨੀਤੀ ਨੂੰ ਲੈ ਕੇ ਵੀ ਦੇਖੋ ਗੱਲਾਂ ਆ ਰਹੀਆਂ ਨੇ ਕਿ ਜਿਸ ਹਿਸਾਬ ਨਾਲ ਸ਼ਰਾਬ ਨੀਤੀ ਬਣਾਈ ਗਈ ਸੀ ਉਸ ਤਰ੍ਹਾਂ ਦਾ ਹੁੰਗਾਰਾ ਜੋ ਹੈ ਨਹੀਂ ਮਿਲਦਾ ਦਿਖ ਰਿਹਾ, ਤੇ ਇਸੇ ਕਰਕੇ ਹੁਣ ਕੁਝ ਬਦਲਾਅ ਕਰਨ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਕਿਸ ਤਰ੍ਹਾਂ ਦੀ ਤੁਹਾਨੂੰ ਲੱਗਦਾ ਹੈ ਇਹ ਬਦਲਾਅ ਕੀਤੇ ਜਾਣਗੇ ਤਾਂ ਕਿ ਜੋ ਨਵੀਂ ਸ਼ਰਾਬ ਨੀਤੀ ਹੈ ਉਹ ਬਾਕੀਆਂ ਨੂੰ ਵੀ ਪਸੰਦ ਆਵੇ, ਕੁਝ ਹੁੰਗਾਰਾ ਪੋਜ਼ਿਟਿਵ ਮਿਲ ਸਕੇ ਪੰਜਾਬ ਸਰਕਾਰ ਨੂੰ? ਕਿ ਅਗਰ ਨਵਜੋਤ ਸਿੰਘ ਸਿੱਧੂ ਵਰਗਾ ਵਿਅਕਤੀ ਜਿਹੜੀ ਸ਼ਰਾਬ ਪਾਲਿਸੀ ਦੀ ਗੱਲ ਕਰਦਾ ਹੈ, ਅਗਰ ਸੂਬੇ ਦੀ ਸਰਕਾਰ ਅੱਗੇ ਹੋ ਕੇ ਨਵਜੋਤ ਸਿੰਘ ਸਿੱਧੂ ਵਾਲੀ ਸ਼ਰਾਬ ਪਾਲਿਸੀ ਤੇ ਕੰਮ ਕਰਦੀ, ਉਹਦੇ ਨਾਲ ਮਾਲੀਆ ਅਰਜਿਤ ਹੋ ਜਾਣਾ ਸੀ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਕੰਪੀਟੀਸ਼ਨ 'ਚ ਪੈ ਜਾਂਦੀਆਂ ਨੇ ਵੀ ਨਹੀਂ, ਜਿਹੜੀ ਸਾਡੀ ਪਾਲਿਸੀ ਹੈ ਉਹੀ ਵਧੀਆ ਹੈ। ਤੇ ਹੁਣ ਤੁਸੀਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਨੇ ਸ਼ਰਾਬ ਪਾਲਿਸੀ ਬਣਾਈ ਸੀ, ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹਨਾਂ ਨੇ ਨਿਲਾਮੀ ਕਰਨੀ ਸੀ, ਬੋਲੀ ਦਾਤਾ ਹੀ ਨਹੀਂ ਆਏ ਹਰਜੋਤ ਜੀ। ਸੋ ਤੁਸੀਂ ਦੇਖੋ ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਜੱਗ ਹਸਾਈ ਦੀ ਸਥਿਤੀ ਵੀ ਬਣੀ, ਔਰ ਕਈ ਜ਼ੋਨਾਂ ਦੇ ਵਿੱਚ ਬੋਲੀਆਂ ਹੀ ਨਹੀਂ ਆਈਆਂ। ਹੁਣ ਪੰਜਾਬ ਦੀ ਸਰਕਾਰ ਸ਼ਰਾਬ ਪਾਲਿਸੀ ਦਾ ਜਿਹੜਾ ਬੋਲੀ ਦਾ ਸਮਾਂ ਜਾਂ ਲਾਇਸੈਂਸ ਫੀਸ ਵਰਗੇ ਮਸਲੇ ਨੇ, ਹੁਣ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਉਹਨਾਂ ਨੇ ਪਰਸੋਂ ਦਿੱਲੀ ਜਾ ਕੇ ਵੀ ਪ੍ਰੋਟੈਸਟ ਕੀਤਾ। ਉੱਥੇ ਜਾ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਜਿਹੜਾ ਸ਼ਰਾਬ ਦਾ ਕਾਰੋਬਾਰ ਹੈ ਉਹ ਬਹੁਤ ਮਹਿੰਗਾ ਕਰਤਾ, ਗਰੁੱਪ ਬਹੁਤ ਮਹਿੰਗੇ ਕਰਤੇ, ਜਿਹੜੇ ਛੋਟੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਅਸਲ 'ਚ ਗੱਲ ਹੈ ਕੀ ਸੀ? ਪਿਛਲੀਆਂ ਸਰਕਾਰਾਂ 'ਚ ਜਿਹੜੇ ਪੋਲੀਟੀਕਲ ਲੋਕ ਸੀ, ਸ਼ਰਾਬ ਦਾ ਕੰਮ ਜ਼ਿਆਦਾ
ਉਹਨਾਂ ਦੇ ਸਹਾਰੇ ਘੁੰਮਦਾ ਸੀ। ਕਈ ਜਗ੍ਹਾ ਤਾਂ ਪੋਲੀਟੀਕਲ ਲੋਕ ਆਪ ਸ਼ਰਾਬ ਦੇ ਕੰਮ 'ਚ ਸੀ, ਕਈ ਜਗ੍ਹਾ ਉਹਨਾਂ ਨੇ ਆਪਣੇ ਬੰਦੇ ਅੱਗੇ ਖੜੇ ਕੀਤੇ ਸੀ ਜਾਂ ਉਹ ਪੈਸਾ ਲਾ ਦਿੰਦੇ ਸੀ ਸ਼ਰਾਬ ਦੇ ਵਿੱਚ। ਤੇ ਹੁਣ ਜਦੋਂ ਸਰਕਾਰ ਨੇ ਪਾਲਿਸੀ ਬਦਲੀ ਹੈ ਤੇ ਪੋਲੀਟੀਕਲ ਲੋਕ ਨੇ ਜਿਹੜੇ ਪਿਛਲੇ, ਨਵੀਂ ਪਾਲਿਸੀ ਆ ਗਈ ਤੇ ਉਹ ਖੁੱਲ ਕੇ ਅੱਗੇ ਵੀ ਨਹੀਂ ਆਉਣਾ ਚਾਹਣਗੇ। ਬਹੁਤ ਸਾਰੇ ਪੋਲੀਟੀਕਲ ਲੋਕ ਉਹ ਕਹਿਣਗੇ ਚਲੋ ਜੇ 1 ਸਾਲ ਸ਼ਰਾਬ ਦਾ ਕੰਮ ਨਹੀਂ ਕਰਾਂਗੇ ਤੇ ਕੀ ਹੋ ਜੂ। ਉਹਦੇ ਨਾਲ ਹੋਇਆ ਕਿ ਜਿਹੜੇ ਦੂਸਰੇ ਸ਼ਰਾਬ ਦੇ ਕਾਰੋਬਾਰੀ ਸੀ, ਛੋਟੇ ਘੱਟ ਪੈਸਿਆਂ ਵਾਲੇ, ਉਹ ਪਹਿਲਾਂ ਵੀ ਕੰਮ ਕਰਦੇ ਸੀ, ਉਹ ਹੁਣ ਵੀ ਕਰ ਰਹੇ ਨੇ, ਹੁਣ ਉਹ ਜ਼ਿਆਦਾ ਰਹਿ ਗਏ। ਸੋ ਵੱਡੇ ਵੱਡੇ ਪਹਿਲਾਂ ਗਰੁੱਪ ਆਪਸ 'ਚ ਪੋਲੀਟੀਕਲ ਲੀਡਰ ਬਣਾ ਲੈਂਦੇ ਸੀ, ਇਕੱਠੇ ਹੋ ਕੇ ਗਰੁੱਪ ਬਣਾ ਲੈਂਦੇ ਸੀ, ਪੋਲੀਟੀਕਲ ਲੀਡਰ ਵੀ ਸੀ, ਬਿਜ਼ਨਸਮੈਨ ਵੀ ਸੀ। ਪਰ ਹੁਣ ਸਥਿਤੀਆਂ ਉਹ ਨਹੀਂ ਹੈਗੀਆਂ। ਹੁਣ ਸ਼ਰਾਬ ਸਸਤੀ, ਪੰਜਾਬ ਸਰਕਾਰ ਨੇ ਜਿਹੜਾ ਦਾਅਵਾ ਕੀਤਾ ਵੀ ਸ਼ਰਾਬ ਸਸਤੀ ਹੋ ਜੂ, ਇਹ ਵੀ ਦੇਖਾਂਗੇ ਵੀ ਸਸਤੀ ਕਿੰਨੀ ਕੁ ਹੋ ਜੂ, ਕਿ ਸੱਚਮੁੱਚ ਚੰਡੀਗੜ੍ਹ ਤੋਂ ਸਸਤੀ ਹੋ ਜੂ ਜਾਂ ਗੱਲਾਂ ਹੀ ਸੀ। ਇਹ ਤਾਂ ਹੁਣ ਜਦੋਂ 1 ਜੁਲਾਈ ਤੋਂ ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੋਣੀ ਹੈ ਫੇਰ ਹੀ ਪਤਾ ਲੱਗਣਾ ਹੈ। ਪਰ ਸ਼ਰਾਬ ਪਾਲਿਸੀ ਦੇ ਵਿੱਚ ਉਹੋ ਜਿਹਾ ਹੁੰਗਾਰਾ ਨਹੀਂ ਮਿਲਿਆ ਔਰ ਵਿਰੋਧ ਮੁਫਤ ਦਾ। ਸੰਗਰੂਰ ਜ਼ਿਮਨੀ ਚੋਣ 'ਚ ਵੀ ਸ਼ਰਾਬ ਮੁੱਦਾ ਬਣੀ ਹੋਈ ਹੈ। ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਕਿ ਤੁਸੀਂ ਪੈਟਰੋਲ ਨਹੀਂ ਸਸਤਾ ਕੀਤਾ, ਡੀਜ਼ਲ ਨਹੀਂ ਸਸਤਾ ਕੀਤਾ, ਆਟਾ ਦਾਲ ਨਹੀਂ ਸਸਤੀ ਕੀਤੀ ਤੇ ਤੁਸੀਂ ਸ਼ਰਾਬ ਸਸਤੀ ਕਰਤੀ। ਹਾਲਾਂਕਿ ਸ਼ਰਾਬ ਸਸਤੀ ਹੋਣਾ ਉਹਦੇ 'ਚ ਸੂਬੇ ਦੇ ਖਜ਼ਾਨੇ ਨੂੰ ਪੈਸਾ ਆਉਂਦਾ ਹੈ, ਕਿਉਂਕਿ ਜਿਹੜੀ ਇਲੀਗਲ ਬਾਹਰੋਂ ਸ਼ਰਾਬ ਆਉਂਦੀ ਹੈ ਉਹ ਰੁਕੂਗੀ। ਪਰ ਜੇ ਹੁਣ ਸ਼ਰਾਬ ਚੰਡੀਗੜ੍ਹ ਨਾਲੋਂ ਵੀ ਸਸਤੀ ਹੋ ਗਈ ਫਿਰ ਵੀ ਰਾਖੀ ਕਰਨੀ ਪੈਣੀ ਹੈ ਭਾਈ ਪੰਜਾਬ 'ਚੋਂ ਸਮਗਲ ਨਾ ਹੋਣ ਲੱਗ ਜੇ ਕਿਤੇ ਚੰਡੀਗੜ੍ਹ 'ਚ, ਫਿਰ ਚੰਡੀਗੜ੍ਹ ਵਾਲੇ ਵੀ ਔਖੇ ਹੋਣਗੇ ਤੇ ਪੰਜਾਬ ਨੂੰ ਵੀ ਉਹਦੇ ਨਾਲ ਦਿੱਕਤਾਂ ਆਉਣਗੀਆਂ। ਸੋ ਪਰ ਸ਼ਰਾਬ ਪਾਲਿਸੀ ਕੁੱਲ ਮਿਲਾ ਕੇ ਜਿਸ ਦਿਨ ਦੀ ਐਲਾਨ ਹੋਈ ਹੈ ਇਹਦੇ ਤੇ ਮਿਲਿਆ ਜੁਲਿਆ ਪ੍ਰਤੀਕਰਮ ਆ ਰਿਹਾ। ਹੁਣ ਰੱਬ ਜਾਣਦਾ ਕਿ ਇਹ ਕਿੰਨੀ ਕੁ ਕਾਮਯਾਬ ਹੋਏਗੀ, ਕਿੰਨੀ ਕੁ ਨਹੀਂ। ਪਰ ਇਹ ਜਿੰਨੀ ਕੁ ਕਮਾਈ ਕਹਿੰਦੇ ਨੇ ਤੇ ਇਸ ਸਾਲ ਇਹਨਾਂ ਨੇ ਪਿਛਲੀ ਵਾਰ ਨਾਲੋਂ 40% ਦਾ ਵਾਅਦਾ ਕੀਤਾ। ਸੋ ਜੇ ਇਹਦੇ 'ਚ ਵੀ ਕੋਈ ਖਾਸ ਪ੍ਰੋਫਿਟ ਨਾ ਹੋਇਆ ਤੇ ਫਿਰ ਕੀ ਖਟਿਆ। ਤੇ ਕੰਪੀਟੀਸ਼ਨ ਨਵਜੋਤ ਸਿੰਘ ਸਿੱਧੂ ਪੂਰਾ ਦੇ ਰਿਹਾ ਸੀ। ਨਵਜੋਤ ਸਿੰਘ ਸਿੱਧੂ ਸਰਕਾਰੀ ਕਾਰਪੋਰੇਸ਼ਨ ਦੀ ਵਕਾਲਤ ਕਰ ਰਹੇ ਸੀ ਵੀ ਜੇ ਸਰਕਾਰੀ ਕਾਰਪੋਰੇਸ਼ਨ ਬਣੂਗੀ ਤੇ ਡਾਇਰੈਕਟ ਇੰਪਲਾਇਮੈਂਟ ਵੀ ਹੈ ਤੇ ਸਰਕਾਰ ਕੋਲੇ ਸ਼ਰਾਬ ਦਾ ਕੰਟਰੋਲ ਵੀ ਰਹੂਗਾ ਤੇ ਹਰ ਬੋਤਲ ਤੇ ਉਹਨਾਂ ਨੇ ਚਿਪ ਦੀ ਗੱਲ ਵੀ ਕੀਤੀ ਸੀ ਵੀ ਹਰ ਬੋਤਲ ਤੇ ਚਿਪ ਲੱਗੀ ਹੋਊਗੀ। ਅੱਜ ਕੱਲ ਤਾਂ ਇਲੈਕਟ੍ਰੋਨਿਕ ਚੀਜ਼ਾਂ ਨੇ, ਅਗਰ ਜਿਵੇਂ ਸਾਡੇ ਮੋਬਾਈਲ 'ਚ ਸਿਮ ਹੈ ਉਹ ਕਿਤੇ ਵੀ ਪਤਾ ਹੁੰਦਾ ਵੀ ਇਹ ਸਿਮ ਕਿਹੜੇ ਮੋਬਾਈਲ 'ਚ ਪੈ ਗਿਆ, ਕਿਉਂਕਿ ਮੋਬਾਈਲ ਦਾ ਵੀ ਕੋਈ ਨੰਬਰ ਹੁੰਦਾ, ਕਹਿੰਦੇ ਉਹ ਇਕੱਠੇ ਹੋ ਜਾਂਦੇ। ਸਾਨੂੰ ਤਕਨੀਕੀ ਤੌਰ ਤੇ ਅੱਗੇ ਵਧਣਾ ਪਊਗਾ। ਅੱਜ ਕੱਲ ਤਾਂ ਕਾਰਾਂ 'ਚ ਕਹਿੰਦੇ ਉਹ ਇੱਕ ਲੱਗ ਜਾਂਦਾ ਜੀ, ਉਹ GPS ਕਹਿੰਦੇ ਨੇ ਵੀ ਉਹ ਪਤਾ ਲੱਗਦਾ ਰਹਿੰਦਾ ਵੀ ਕਾਰ ਕਿੱਧਰ ਨੂੰ ਜਾ ਰਹੀ ਹੈ। ਸੋ ਜੇ ਕਾਰਾਂ 'ਚ GPS ਲੱਗ ਸਕਦਾ ਹੈ ਤੇ ਬੋਤਲ 'ਚ ਚਿਪ ਕਿਉਂ ਨਹੀਂ ਲੱਗ ਸਕਦੀ। ਉਦੋਂ ਕਈ ਲੋਕਾਂ ਨੇ ਮਜ਼ਾਕ ਵੀ ਉਡਾਇਆ ਪੋਲੀਟੀਕਲ ਤੌਰ ਤੇ ਵੀ, ਨਵਜੋਤ ਸਿੰਘ ਸਿੱਧੂ ਚਿਪ ਦੀ ਗੱਲ ਕਰਦਾ ਸੀ। ਸੋ ਇਹ ਚੀਜ਼ਾਂ ਤਕਨੀਕ ਨਾਲ ਜੁੜੀਆਂ ਹੋਈਆਂ ਨੇ। ਜਦ ਤੱਕ ਸ਼ਰਾਬ ਪਾਲਿਸੀ ਦਰੁਸਤ ਨਹੀਂ ਬਣਦੀ ਸਟੇਟ ਦੇ ਖਜ਼ਾਨੇ 'ਚ ਪੈਸਾ ਨਹੀਂ ਆਉਣਾ। ਨਵਜੋਤ ਸਿੰਘ ਸਿੱਧੂ 25-30 ਹਜ਼ਾਰ ਕਰੋੜ ਰੁਪਏ ਦੀ ਆਮਦਨ ਦੀ ਗੱਲ ਕਰਦਾ ਸੀ ਔਰ ਤੱਥਾਂ ਤੇ, ਕਿਉਂਕਿ ਉਹਨਾਂ ਨੇ ਕਈ ਸੂਬਿਆਂ ਦੀਆਂ ਸ਼ਰਾਬ ਪਾਲਿਸੀਆਂ ਪੜ੍ਹੀਆਂ, ਅਧਿਐਨ ਕੀਤਾ ਤੇ ਫਿਰ ਪਾਲਿਸੀ ਬਣਾਈ ਸੀ। ਅਗਰ ਆਪਾਂ ਮੌਜੂਦਾ ਸੰਗਰੂਰ ਜ਼ਿਮਨੀ ਚੋਣਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਵੱਖ-ਵੱਖ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ, ਰੋਡ ਸ਼ੋਅ ਕੀਤੇ ਜਾ ਰਹੇ ਨੇ, ਜਨ ਸਭਾਵਾਂ ਕੀਤੀਆਂ ਜਾ ਰਹੀਆਂ ਨੇ। ਕੇਜਰੀਵਾਲ ਵੀ ਅੱਜ ਜੋ ਅਸੀਂ ਜਾਣਦੇ ਹਾਂ ਕਿ ਰੋਡ ਸ਼ੋਅ ਕਰ ਰਹੇ ਨੇ ਆਪ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਦੇ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ, ਐਕਟੀਵਿਟੀਜ਼ ਨੂੰ ਦੇਖਦੇ ਹੋਏ ਕੀ ਲੱਗ ਰਿਹਾ ਕਿ ਕਿੰਨਾ ਕੁ ਅਸਰ ਕਿਹੜੀ ਪਾਰਟੀ ਲੋਕਾਂ ਦੇ ਉੱਪਰ ਛੱਡ ਪਾ ਰਹੀ ਹੈ? ਕੀ ਕੇਜਰੀਵਾਲ ਜਦੋਂ ਰੋਡ ਸ਼ੋਅ ਕਰਨਗੇ ਤਾਂ ਉਸ ਦੇ ਨਾਲ ਫਰਕ ਪੈਂਦਾ ਦਿਖੇਗਾ ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ? ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ, ਸਭ ਤੋਂ ਵੱਡੇ ਲੀਡਰ ਨੇ। ਉਹਨਾਂ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਸ ਨੇ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਹੋਏਗਾ ਔਰ ਆਮ ਆਦਮੀ ਪਾਰਟੀ ਨੂੰ ਇਹਦੇ ਨਾਲ ਤਾਕਤ ਮਿਲੇਗੀ। ਦੂਸਰੀਆਂ ਪਾਰਟੀਆਂ ਦੇ ਵੀ ਵੱਡੇ ਵੱਡੇ ਲੀਡਰ ਜਦੋਂ ਆਉਂਦੇ ਨੇ, ਜਦੋਂ ਬੀਜੇਪੀ ਦੇ ਵੱਡੇ ਲੀਡਰ ਆਉਂਦੇ ਨੇ, ਹਾਲਾਂਕਿ ਬੀਜੇਪੀ ਵੱਲੋਂ ਵੀ ਗ੍ਰਹਿ ਮੰਤਰੀ ਨਹੀਂ ਆਏ ਹਜੇ ਤੱਕ ਅਮਿਤ ਸ਼ਾਹ ਜੀ, ਨਾ ਹੀ ਕੋਈ ਮੋਦੀ ਸਾਹਿਬ ਦਾ ਪ੍ਰੋਗਰਾਮ ਹੋਇਆ, ਲੇਕਿਨ ਕਈ ਕੇਂਦਰੀ ਮੰਤਰੀ, ਸ਼ੇਖਾਵਤ ਸਾਹਿਬ, ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ, ਉਹ ਤਾਂ ਪੂਰੇ ਸਰਗਰਮ ਰਹੇ ਨੇ ਹੁਣ ਤੱਕ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ। ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਨਾਲ ਆਮ ਆਦਮੀ ਪਾਰਟੀ ਨੂੰ ਨਿਸ਼ਚਿਤ ਤੌਰ ਤੇ ਤਾਕਤ ਮਿਲੂਗੀ। ਪਰ ਕੱਲ ਜਿਹੜਾ ਭਗਵੰਤ ਮਾਨ ਦਾ ਵੀ ਰੋਡ ਸ਼ੋਅ ਹੋਇਆ ਕੱਲ ਮਹਿਲ ਕਲਾਂ ਵਾਲੇ ਪਾਸੇ, ਔਰ ਕੱਲ ਸਿਮਰਨਜੀਤ ਸਿੰਘ ਮਾਨ ਦੇ ਵੀ ਰੋਡ ਸ਼ੋਅ ਹੋਏ ਨੇ ਔਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਰੋਡ ਸ਼ੋਅ ਦੇ ਵਿੱਚ ਭਰਮਾ ਹੁੰਗਾਰਾ ਮਿਲਿਆ। ਔਰ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਚਾਹਣ ਵਾਲੇ ਨੇ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਪੂਰੇ ਬਾਗੋ ਬਾਗ ਨੇ। ਉਹ ਕਹਿੰਦੇ ਸਾਡੀ ਗੁਪਤ ਹਵਾ ਚੱਲ ਰਹੀ ਹੈ। ਹੁਣ ਇਹ ਤਾਂ ਰੱਬ ਜਾਣਦਾ ਹੈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੀ ਹਨੇਰੀ ਚੱਲ ਰਹੀ ਹੈ ਵੀ ਸਾਨੂੰ ਵੋਟਾਂ ਹੀ ਪੈਣੀਆਂ, ਤੇ ਇਸੇ ਤਰ੍ਹਾਂ ਕਾਂਗਰਸ ਵਾਲੇ ਕਹਿੰਦੇ ਵੀ ਲੋਕ ਸਮਝ ਗਏ ਵੀ 3 ਮਹੀਨਿਆਂ 'ਚ ਆਮ ਆਦਮੀ ਪਾਰਟੀ ਨੇ ਉਹਨਾਂ ਕੰਮ ਨਹੀਂ ਕੀਤਾ, ਇਸ ਕਰਕੇ
ਕਾਂਗਰਸ ਦੀਆਂ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਗਈਆਂ ਸੀ ਉਹ ਫਿਰ ਮੁੜ ਆਉਣੀਆਂ ਤੇ ਸਾਨੂੰ ਹੀ ਪੈਣੀਆਂ। ਕਿ ਉਹ ਕਹਿੰਦੇ ਵੀ ਕਾਂਗਰਸ ਦੇ ਜਿਹੜੇ ਲੀਡਰ ਬੀਜੇਪੀ 'ਚ ਗਏ ਨੇ ਉਹਨਾਂ ਨੇ ਗਲਤ ਕੀਤਾ, ਇਸ ਕਰਕੇ ਬੀਜੇਪੀ ਦੀ ਵੋਟ ਵੀ ਸਾਨੂੰ ਹੀ ਪੈ ਜਾਣੀ। ਤੇ ਬੀਜੇਪੀ ਵਾਲੇ ਕਹਿੰਦੇ ਵੀ ਐਤਕੀ ਵੋਟ ਹੀ ਸਾਨੂੰ ਪੈਣੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਰਹੀ। ਕਾਂਗਰਸ ਉਹ ਕਹਿੰਦੇ ਟੁੱਟ ਕੇ ਸਾਡੇ 'ਚ ਆ ਰਹੀ ਹੈ। ਅਕਾਲੀ ਦਲ ਤੇ ਸਿਮਰਨਜੀਤ ਸਿੰਘ ਮਾਨ ਦਾ ਕਹਿੰਦੇ ਆਪਸ 'ਚ ਸਮਝੌਤਾ ਹੀ ਨਹੀਂ ਹੋਇਆ ਤੇ ਵੋਟਾਂ ਵੰਡੀਆਂ ਜਾਣੀਆਂ। ਤੇ ਬੀਜੇਪੀ ਵਾਲੇ ਕਹਿੰਦੇ ਅਸੀਂ ਵੱਡੀ ਪਾਰਟੀ ਰਹਿ ਜਾਣਾ, ਭਾਵੇਂ ਅਸੀਂ ਥੋੜੇ ਜਿਹੇ ਮਾਰਜਨ ਨਾਲ ਜਿੱਤੀਏ, ਸੀਟ ਬੀਜੇਪੀ ਨੇ ਜਿੱਤਣੀ। ਉਹ ਕਹਿੰਦੇ ਸੋ ਮੈਂ ਜਦੋਂ ਸਾਰੇ ਲੀਡਰਾਂ ਦੀ ਗੱਲ ਸੁਣਦਾ, ਪਾਰਟੀਆਂ ਵਾਲਿਆਂ ਦੀ, ਆਜ਼ਾਦ ਵੀ ਨੇ ਇੱਕ ਦੋ, ਉਹਨਾਂ ਨੂੰ ਵੀ ਪੂਰਾ ਭਰੋਸਾ ਹੈ ਵੀ ਲੋਕ ਇਹ ਸਾਰੀਆਂ ਪਾਰਟੀਆਂ ਤੋਂ ਅੱਕ ਗਏ, ਹੋ ਸਕਦਾ ਸਾਨੂੰ ਹੀ ਵੋਟ ਪਾ ਦੇਣ। ਸੋ ਜਦੋਂ ਸਾਰਿਆਂ ਦੀ ਗੱਲ ਸੁਣਦੇ ਆ ਹਰਜੋਤ ਜੀ, ਵੈਸੇ ਜਿਹੜੇ ਲੀਡਰ ਵੀ ਹੁੰਦੇ ਆ ਨਾ, ਲੀਡਰ ਜਦੋਂ ਕਿਸੇ ਨੂੰ ਵੀ ਮਿਲਣ ਜਾਂਦੇ ਨੇ, ਜਦੋਂ ਉਹ ਡੋਰ ਟੂ ਡੋਰ ਪ੍ਰਚਾਰ ਕਰਦੇ ਨੇ, ਜੇ ਉਹ ਕਿਸੇ ਬਾਜ਼ਾਰ 'ਚ ਜਾਂਦੇ ਨੇ ਤੇ ਲੀਡਰ ਨੂੰ ਇਹ ਲੱਗਦਾ ਵੀ ਸਾਰਾ ਬਾਜ਼ਾਰ ਮੈਨੂੰ ਹੀ ਦੇਖ ਰਿਹਾ। ਤੇ ਜਦੋਂ ਕੋਈ ਲੀਡਰ ਹਾਰ ਹੂਰ ਪਾ ਕੇ ਫੁੱਲਾਂ ਫੱਲਾਂ ਵਾਲੇ ਗਲ 'ਚ ਕਿਸੇ ਬਾਜ਼ਾਰ 'ਚੋਂ ਲੰਘਦਾ ਤੇ ਲੀਡਰ ਜਦੋਂ ਹੱਥ ਜੋੜਦਾ ਤੇ ਅਸੀਂ ਸਾਰੇ ਬੜੇ ਸਮਾਈਲ ਕਰਕੇ ਦੇਖਦੇ ਹਾਂ, ਗੁੱਸੇ ਨਾਲ ਕੌਣ ਦੇਖਦਾ ਕਿਸੇ ਨੂੰ। ਤੇ ਲੀਡਰ ਨੂੰ ਲੱਗਦਾ ਵੀ ਇਹ ਸਾਰੀਆਂ ਵੋਟਾਂ ਮੇਰੀਆਂ ਪੱਕੀਆਂ ਹੋ ਗਈਆਂ। ਤੇ ਲੀਡਰ ਜਦੋਂ ਕੈਲਕੂਲੇਸ਼ਨ ਕਰਦੇ ਨੇ, ਸ਼ਾਮ ਨੂੰ ਕਹਿੰਦੇ ਵੀ ਅੱਜ ਅਸੀਂ ਇਹਨਾਂ 4 ਬਾਜ਼ਾਰਾਂ 'ਚ ਗਏ ਸੀ ਜੀ, ਬੜਾ ਸਮਰਥਨ ਮਿਲਿਆ ਵੀ ਆਪਾਂ ਖਿੱਚ ਜਾਾਂਗੇ ਸੀਟ। ਸੋ ਸਾਰੇ ਲੀਡਰ ਉਸ ਬਾਜ਼ਾਰ 'ਚ ਚਾਹੇ 1 ਘੰਟੇ ਦੇ ਵਿੱਚ 5 ਲੀਡਰ ਲੰਘ ਜਾਣ, ਸਾਰੇ ਲੋਕ ਸਾਰਿਆਂ ਨੂੰ ਉਸੇ ਇੱਜ਼ਤ ਨਾਲ ਹੀ ਮਿਲਦੇ ਨੇ, ਉਵੇਂ ਹੀ ਸਮਾਈਲ ਦਿੰਦੇ ਨੇ, ਉਵੇਂ ਹੀ ਹੱਥ ਵੀ ਹਿਲਾ ਦਿੰਦੇ ਨੇ। ਤੇ ਉਹ ਸਾਰਿਆਂ ਨੂੰ ਸ਼ਾਮ ਤੱਕ ਇਹ ਲੱਗਣ ਲੱਗ ਜਾਂਦਾ ਵੀ ਇਹ ਸਾਰਾ ਬਾਜ਼ਾਰ ਸਾਨੂੰ ਹੀ ਪੈਣਾ। ਸੋ ਇਸ ਕਰਕੇ ਪਤਾ ਤਾਂ 23 ਜੂਨ ਨੂੰ ਹੀ ਲੱਗਣਾ। ਹੁਣ ਸਾਰੇ ਹੀ ਖੁਸ਼ ਨੇ ਕਿਉਂਕਿ ਅਸੀਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ 22 ਦੀਆਂ, ਉਸ ਤੋਂ ਪਹਿਲਾਂ ਵੀ ਤੁਸੀਂ ਦੇਖਦੇ ਸੀ ਜਦੋਂ ਕਾਂਗਰਸ ਨੂੰ ਲੱਗਦਾ ਸੀ ਵੀ ਅਸੀਂ ਤਾਂ ਜਿੱਤਦੇ ਨਹੀਂ, ਜਦੋਂ ਸਿੱਧੂ ਕਹਿੰਦਾ ਸੀ ਵੀ ਭਾਈ ਔਖਾ ਦੇਖ ਲਓ, ਜਦੋਂ ਨਵਜੋਤ ਸਿੰਘ ਸਿੱਧੂ ਕਰਪਸ਼ਨ ਦੀ ਗੱਲ ਚੱਕ ਦਿੰਦਾ ਸੀ ਵੀ ਤੁਸੀਂ ਕਰਪਸ਼ਨ ਨੂੰ ਨੱਥ ਪਾਉਣੀ ਚਾਹੀਦੀ ਸੀ ਪੁਰਾਣੇ ਸਮਿਆਂ 'ਚ, ਤੇ ਜਦੋਂ ਕਾਂਗਰਸ ਨੂੰ ਲੱਗਦਾ ਸੀ ਵੀ ਜੇ ਸਾਨੂੰ ਬਹੁਮਤ ਨਹੀਂ ਆਉਂਦਾ, ਤੇ ਕਾਂਗਰਸ ਕਹਿੰਦੀ ਸੀ ਜੇ ਸਾਨੂੰ ਬਹੁਮਤ ਨਹੀਂ ਆਉਂਦਾ ਤਾਂ ਫਿਰ ਕਿਸੇ ਨੂੰ ਨਹੀਂ ਆਉਂਦਾ, ਵੀ ਫਿਰ ਹੰਗ ਅਸੈਂਬਲੀ ਬਣੂਗੀ, ਫਿਰ ਕਿਸੇ ਦੀ ਸਰਕਾਰ ਨਹੀਂ ਬਣਨੀ। ਬੀਜੇਪੀ ਵਾਲੇ ਵੀ ਕਹਿੰਦੇ ਸੀ ਵੀ ਜੇ ਸਾਡੀਆਂ 15 ਵੀ ਸੀਟਾਂ ਆ ਗਈਆਂ ਤੇ ਸਰਕਾਰ ਅਸੀਂ ਬਣਾ ਜਾਾਂਗੇ, ਕਾਂਗਰਸ ਟੁੱਟ ਜੂ, ਸਾਨੂੰ ਦੂਜੇ ਪਾਸਿਓਂ ਟੁੱਟ ਕੇ ਲੋਕ ਆ ਜਾਣਗੇ। ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਨਹੀਂ ਸੀ ਲੱਗਦਾ ਕਿ ਉਹਨਾਂ ਦਾ ਬਹੁਮਤ ਆ ਜੂ। ਜਿਨ੍ਹਾਂ ਨਾਲ ਮੇਰੀ ਗੱਲ ਹੋਈ ਹੈ, ਹਾਲਾਂਕਿ ਉਹ ਦਾਅਵਾ ਤਾਂ ਕਰਦੇ ਸੀ ਵੀ ਸਾਡੀ ਸਰਕਾਰ ਬਣੂ, ਉਂਝ ਦਾਅਵਾ ਕਰਨ ਨੂੰ ਤਾਂ ਸਾਰੇ ਕਰਦੇ ਸੀ। ਕਾਂਗਰਸ ਵਾਲੇ ਕਹਿੰਦੇ ਸੀ ਅਸੀਂ, ਚਰਨਜੀਤ ਚੰਨੀ ਸਾਹਿਬ ਕਹਿੰਦੇ ਸੀ ਅਸੀਂ ਤਾਂ 80+ ਸੀਟਾਂ ਲੈ ਜਾਾਂਗੇ। ਅਕਾਲੀ ਦਲ ਕਹਿੰਦਾ ਸੀ ਸਾਡੀ ਸਰਕਾਰ ਬਣੀ ਪਈ ਹੈ। ਕੈਪਟਨ ਅਮਰਿੰਦਰ ਕਹਿੰਦਾ ਸੀ ਵੀ ਤੁਸੀਂ ਦੇਖੀ ਚੱਲਿਓ ਹੁੰਦਾ ਕੀ ਹੈ ਜਿੱਦਣ ਮਸ਼ੀਨਾਂ ਖੁੱਲਣਗੀਆਂ। ਬੀਜੇਪੀ ਵੀ ਕੌਨਫੀਡੈਂਟ ਸੀ, ਆਮ ਆਦਮੀ ਪਾਰਟੀ ਵੀ ਕੌਨਫੀਡੈਂਟ ਸੀ ਵੀ ਜੇ ਪਿਛਲੀ ਵਾਰੀ ਸਾਡੀਆਂ 100 ਨਹੀਂ ਆਈਆਂ, ਐਤਕੀ ਅਸੀਂ ਸਰਕਾਰ ਜ਼ਰੂਰ ਬਣਾ ਜਾਾਂਗੇ। ਪਰ ਸਰਕਾਰ ਠੀਕ ਹੈ ਆਮ ਆਦਮੀ ਪਾਰਟੀ ਦੀ ਬਣੀ, ਪਰ ਭਰੋਸਾ ਉਹਨਾਂ ਕਿਸੇ ਨੂੰ ਨਹੀਂ ਸੀ। ਆਮ ਆਦਮੀ ਪਾਰਟੀ ਨੂੰ 92 ਸੀਟਾਂ ਆ ਗਈਆਂ, 92 ਸੀਟਾਂ ਦੀ ਸ਼ਾਇਦ ਉਮੀਦ ਨਹੀਂ ਸੀ। ਸੋ ਇਸ ਕਰਕੇ ਜਿਹੜੀ ਸਿਆਸਤ ਹੈ, ਵੋਟਾਂ ਦੀ ਸਿਆਸਤ ਹੈ, ਉਹਦੇ 'ਚ ਸਾਰੇ ਸਿਰਫ ਅੰਦਾਜ਼ੇ ਹੁੰਦੇ। ਹਾਂ, ਜਿਹੜੇ ਫੈਕਟਰ ਨੇ ਉਹ ਫੈਕਟਰ ਕਿਸ ਰੂਪ 'ਚ ਅਸਰ ਕਰਦੇ ਨੇ, ਉਹ ਆਦਮੀ, ਮੈਨ ਟੂ ਮੈਨ, ਆਦਮੀ ਤੇ ਨਿਰਭਰ ਕਰਦਾ। ਹੁਣ ਮੁਫਤ ਬਿਜਲੀ ਯੋਜਨਾ ਜਿਹੜੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਹੈ, ਨਿੱਜੀ ਤੌਰ ਤੇ ਮੈਨੂੰ ਤਾਂ ਨਾ ਪਸੰਦ ਹੈ, ਮੈਂ ਨਹੀਂ ਪਸੰਦ ਕਰਦਾ। ਜਾਂ ਤਾਂ ਉਹ ਮੇਰੇ ਵੀ ਬਿਜਲੀ ਦੇ ਯੂਨਿਟ ਮਾਫ ਕਰ ਦੇ, ਵੀ 300 ਯੂਨਿਟ ਮਾਫ ਹੈ ਤੇ ਅਸੀਂ ਬਿੱਲ ਹੀ 300 ਤੋਂ ਬਾਅਦ ਸ਼ੁਰੂ ਕਰਾਂਗੇ, ਫਿਰ ਤਾਂ ਗੱਲ ਸਮਝ ਆਉਂਦੀ ਹੈ ਵੀ ਬਿਜਲੀ ਮਾਫ ਹੈ। ਜੇ ਇਹ ਕਹਿ ਦੇਣਾ ਚੋਣਾਂ ਤੋਂ ਪਹਿਲਾਂ ਵੀ ਸਾਰੀ ਬਿਜਲੀ ਮਾਫ ਕਰਾਂਗੇ, ਬਾਅਦ ਦੇ ਵਿੱਚ ਕਹਿ ਦੇਣਾ ਵੀ ਜੇ 300 ਤੋਂ 1 ਵੱਧ ਗਿਆ ਤੇ ਸਾਰੇ ਦਾ ਬਿੱਲ ਲਵਾਂਗੇ। ਹੁਣ ਜੇ ਤਾਂ ਪੰਜਾਬ ਸੰਗਰੂਰ ਦੇ ਲੋਕ ਖੁਸ਼ ਹੋਏ ਵੀ ਅਸੀਂ ਬੜੇ ਖੁਸ਼ ਹਾਂ ਜੀ, ਬਿਲਕੁਲ ਠੀਕ ਹੈ ਵੀ 300 ਯੂਨਿਟ ਮਾਫ ਨੇ, ਤੇ ਜੇ 310 ਵੀ ਸਾਡੇ ਹੋ ਗਏ ਤੇ ਅਸੀਂ ਸਾਰਿਆਂ ਦਾ ਬਿੱਲ ਦੇਣਾ, ਅਸੀਂ ਖੁਸ਼ ਹਾਂ, ਫਿਰ ਉਹ ਵੋਟਾਂ ਪਾ ਦੇਣਗੇ। ਜਿਹੜੇ ਨਾ ਖੁਸ਼ ਹੋਣਗੇ ਉਹਨਾਂ ਨੇ ਨਹੀਂ ਪਾ ਦੇਣਾ। ਇਸੇ ਤਰ੍ਹਾਂ ਪੈਨਸ਼ਨ ਯੋਜਨਾ, ਇਹ ਕਹਿੰਦੇ ਸੀ ਅਸੀਂ 2500 ਪੈਨਸ਼ਨ ਕਰ ਦਾਂਗੇ, ਹਜੇ ਤਾਂ ਮਿਲਣੀ ਨਹੀਂ ਸ਼ੁਰੂ ਹੋਈ। ਖੈਰ ਵੱਧ ਕੇ ਜੇ ਹੁਣ 1000 ਰੁਪਇਆ ਇਹਨਾਂ ਨੇ ਕਿਹਾ ਸੀ ਅਸੀਂ ਦੇਵਾਂਗੇ ਮਹਿਲਾਵਾਂ ਨੂੰ, ਜੇ ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਖੁਸ਼ ਹੋਈਆਂ ਵੀ ਕੋਈ ਗੱਲ ਨਹੀਂ, ਜੇ ਹਜੇ ਨਹੀਂ ਮਿਲੀ ਸਾਲ 2 ਸਾਲ ਨੂੰ ਮਿਲ ਜੂ, ਫਿਰ ਉਹ ਵੋਟ ਪਾ ਦੇਣਗੇ। ਤੇ ਜੇ ਉਹ ਨਾ ਖੁਸ਼ ਹੋਏ, ਅੱਧਿਆਂ ਨੇ ਨਹੀਂ ਪਾਉਣੀ, ਕਿਸੇ ਨੇ ਇਸ ਗੱਲ ਤੋਂ ਖੁਸ਼ ਹੋ ਕੇ ਪਾ ਦੇਣੀ ਹੈ। ਕਈ ਜਿਹੜੇ ਸ਼ਰਾਬ ਤੇ ਜ਼ਿਆਦਾ ਖਰਚਾ ਕਰਦੇ ਆ, ਉਹਨਾਂ ਨੇ ਇਸ ਗੱਲ ਤੋਂ ਖੁਸ਼ ਹੋ ਕੇ ਪਾ ਦੇਣੀ ਵੀ ਭਾਈ ਸ਼ਰਾਬ ਸਸਤੀ ਹੋ ਜੂ, ਚਲੋ ਪਾ ਦਿਓ। ਕਈ ਸਾਡੀਆਂ ਬੀਬੀਆਂ ਮਾਤਾਵਾਂ ਭੈਣਾਂ ਨੇ ਕਹਿਣਾ ਇਹ ਸ਼ਰਾਬ ਸਸਤੀ ਕਰਤੀ, ਇਹ ਜਿਹੜਾ 1 ਬੋਤਲ ਪੀਂਦਾ ਸੀ ਕਿਤੇ 2 ਨਾ ਪੀਣ ਲੱਗ ਜੇ, ਉਹਨਾਂ ਨੇ ਨਹੀਂ ਪਾਉਣੀ। ਸੋ ਹਰ ਪਾਲਿਸੀ ਦਾ ਅਸਰ ਹੈ ਜਿਹੜਾ ਅਲੱਗ-ਅਲੱਗ ਰੂਪ 'ਚ ਪੈਂਦਾ। ਹੁਣ ਕਈ ਜਿਹੜੇ ਆਟਾ ਦਾਲ ਵਾਲੇ ਨੇ ਜਾਂ ਨੀਲੇ ਕਾਰਡ ਵਾਲੇ ਨੇ, ਕਈ ਕਹਿ ਰਹੇ ਨੇ ਹੁਣ
ਇਹ ਤਾਂ ਕਹਿ ਰਹੇ ਨੇ ਅਸੀਂ ਘਰ ਘਰ ਰਾਸ਼ਨ ਦੇਵਾਂਗੇ, ਕਈ ਕਹਿ ਰਹੇ ਨੇ ਸਾਡੇ ਰਾਸ਼ਨ ਹੀ ਨਹੀਂ ਘਰੇ ਆ ਰਿਹਾ। ਸੋ ਜਿਹਨੂੰ ਪਸੰਦ ਲੱਗੂ ਇਹਨਾਂ ਦੀ ਪਾਲਿਸੀ ਉਹਨੇ ਵੋਟ ਪਾ ਲੈਣੀ। ਸੋ ਅਲਟੀਮੇਟਲੀ 3 ਮਹੀਨੇ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਟੈਸਟ ਹੈ। ਔਰ ਮੇਰਾ ਇਹ ਮੰਨਣਾ ਕਿ ਮੇਰੀ ਨਿੱਜੀ ਰਾਏ ਕੋਈ ਨਹੀਂ, ਅਗਰ ਸੰਗਰੂਰ 'ਚ ਆਮ ਆਦਮੀ ਪਾਰਟੀ ਜਿੱਤ ਗਈ, ਇਹਦਾ ਮਤਲਬ ਹੈ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਪਸੰਦ ਹੈ ਜਿੱਤਣ ਤੋਂ ਬਾਅਦ ਦੀਆਂ। ਤੇ ਜੇ ਆਮ ਆਦਮੀ ਪਾਰਟੀ ਹਾਰ ਗਈ, ਇਹਦਾ ਮਤਲਬ ਹੈ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਗੱਲਾਂ ਨੂੰ ਨਕਾਰਤਾ। ਜੇ ਆਮ ਆਦਮੀ ਪਾਰਟੀ ਵਾਲੇ ਜਿੱਤ ਗਏ, ਫਿਰ ਲੋਕ ਇਸ ਗੱਲ ਤੋਂ ਵੀ ਖੁਸ਼ ਹੈ ਵੀ ਜਿੰਨੇ ਮਰਜ਼ੀ ਇਸ਼ਤਿਹਾਰ ਆਮ ਆਦਮੀ ਪਾਰਟੀ ਵਾਲੇ ਦੇਣ, ਫਿਰ ਤਾਂ ਭਾਵੇਂ ਥੋੜਾ ਹੋਰ ਵਧਾ ਦੇਣ। ਤੇ ਜੇ ਹਾਰ ਗਏ ਤੇ ਫਿਰ ਥੋੜੇ ਘਟਾ ਲੈਣ, ਵੀ ਜੇ ਤੁਸੀਂ ਇਸ਼ਤਿਹਾਰਾਂ ਨਾਲ ਵੀ ਨਹੀਂ ਜਿੱਤ ਸਕੇ ਫਿਰ ਜਿੱਤੋਗੇ ਕਿਵੇਂ। ਸੋ ਅਲਟੀਮੇਟਲੀ ਜੋ ਤੁਸੀਂ ਕਹਿੰਦੇ ਹੋ ਉਹਨੂੰ ਤੁਸੀਂ, ਉਹਦੇ ਲਈ ਤੁਹਾਡੀ ਕਮਿਟਮੈਂਟ ਦਿਖਣੀ ਚਾਹੀਦੀ ਹੈ। ਵਾਕਈ ਬਹੁਤ ਜ਼ਰੂਰੀ ਹੈ ਹਰ ਇੱਕ ਚੀਜ਼ ਨੂੰ ਨੇੜੇ ਤੋਂ ਵੇਖਣਾ। ਜੋ ਤੁਸੀਂ ਗੱਲਾਂ ਕਹੀਆਂ ਕਿ ਬੀਬੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦਾ ਇੰਤਜ਼ਾਰ ਹੈਗਾ, ਤੇ ਕੀ ਇਸ ਨੂੰ ਵੇਖ ਕੇ ਸੋਚ ਕੇ ਵੀ ਵੋਟਾਂ ਦੇ ਉੱਪਰ ਅਸਰ ਪਏਗਾ, ਇਹ ਤਾਂ ਚਲੋ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ। ਪਰ ਫਿਲਹਾਲ ਜੋ ਵਿਰੋਧੀ ਸਿਆਸੀ ਪਾਰਟੀਆਂ ਨੇ ਜ਼ਰੂਰ ਇਹਨਾਂ ਨੂੰ ਹੀ ਮੁੱਦੇ ਬਣਾ ਕੇ ਇਹੀ ਇਲਜ਼ਾਮਾਂ ਦੇ ਨਾਲ ਪੰਜਾਬ ਸਰਕਾਰ ਨੂੰ ਘੇਰਦੀਆਂ ਵੀ ਨਜ਼ਰ ਆ ਰਹੀਆਂ ਨੇ। ਅਗਰ ਅਸੀਂ ਮੁੱਦਾ ਇੱਕ ਹੋਰ ਗੱਲ ਕਰ ਲਈਏ ਤਾਂ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਮੁੱਦਾ ਬਹੁਤ ਟਾਈਮ ਤੋਂ ਹੁਣ ਗਰਮਾਇਆ ਹੋਇਆ, ਤੇ ਇਸੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਪੱਤਰ ਵੀ ਲਿਖਿਆ, ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੀਯੂ ਦੇ ਸਰੂਪ ਵਿੱਚ ਕਿਸੇ ਵੀ ਤਰ੍ਹਾਂ ਦੇ ਦਖਲ ਨਾ ਕੀਤਾ ਜਾਏ, ਕੋਈ ਵੀ ਬਦਲਾਅ ਨਾ ਕੀਤਾ ਜਾਏ, ਤੇ ਇਸ ਨੂੰ ਲੈ ਕੇ ਉਹ ਵੀ ਜੋ ਹੈ ਅੱਗੇ ਵੱਧ ਕੇ ਕੋਈ ਕਾਰਵਾਈ ਕਰਨ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਬਦਲਾਅ ਨਾ ਕੀਤੇ ਜਾਣ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ। ਦੇਖੋ, ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੈ, ਇਹ ਬਹੁਤ ਗੰਭੀਰ ਹੈ। ਉੱਥੋਂ ਦੇ ਵਿਦਿਆਰਥੀ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਹਰਜੋਤ ਜੀ। ਤੁਸੀਂ ਦੇਖੋ, ਜਦੋਂ ਉਹ ਗਵਰਨਰ ਨੂੰ ਮੈਮੋਰੈਂਡਮ ਦੇਣ ਜਾਣਾ ਸੀ, ਵਿਦਿਆਰਥੀਆਂ ਨੇ ਪ੍ਰੋਟੈਸਟ ਕਰ ਰਹੇ ਸੀ, ਮੁਹਾਲੀ ਦੇ ਵਿੱਚ ਉਹਨਾਂ ਤੇ ਤਾਂ ਪੁਲਿਸ ਲਾਠੀਚਾਰਜ ਹੋਇਆ। ਇਹਦਾ ਮਤਲਬ ਹੈ ਉਦੋਂ ਤੱਕ ਭਗਵੰਤ ਮਾਨ ਦੀ ਸਰਕਾਰ ਨੂੰ ਸ਼ਾਇਦ ਅੰਦਾਜ਼ਾ ਹੀ ਨਹੀਂ ਸੀ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਕੀ ਹੈ। ਮੈਂ ਵਿਦਿਆਰਥੀਆਂ ਦੇ ਬਿਆਨ ਸੁਣ ਰਿਹਾ ਸੀ, ਕਹਿੰਦੇ ਉਹਨਾਂ ਦੇ OSD ਆਏ, ਉਹਨਾਂ ਨੇ ਸਾਡੀ ਮੀਟਿੰਗ ਨਹੀਂ ਕਰਾਈ ਮੁਕੰਮਲ ਤੌਰ ਤੇ। ਹੁਣ ਕੱਲ ਜਿਹੜੇ ਮਾਲਵਿੰਦਰ ਕੰਗ ਨੇ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਭਗਵੰਤ ਮਾਨ ਨੇ ਹੁਣ ਚਿੱਠੀ ਲਿਖੀ। ਚਿੱਠੀ ਲਿਖਣ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਉਹ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਹੈ। ਉੱਥੇ ਰਿਸਰਚ ਲਈ ਪੈਸੇ ਨਹੀਂ, ਉੱਥੇ ਸੈਲਰੀਜ਼ ਲਈ ਪੈਸੇ ਨਹੀਂ, ਉੱਥੇ ਮੁਲਾਜ਼ਮ ਬਹੁਤ ਜ਼ਿਆਦਾ ਖੁਸ਼ ਨਹੀਂ। ਇਸ ਕਰਕੇ ਓਵਰਆਲ ਪੰਜਾਬ ਯੂਨੀਵਰਸਿਟੀ ਦੀ ਡਿਵੈਲਪਮੈਂਟ ਦਾ ਜ਼ਿੰਮਾ, ਉਹਦੀ ਸਮੂਥ ਫੰਕਸ਼ਨਿੰਗ ਔਰ ਉਹਦੀ ਮੈਨੇਜਮੈਂਟ ਦੇ ਵਿੱਚ ਵੱਧ ਤੋਂ ਵੱਧ ਸਪੋਰਟ ਕਰਨ ਦਾ ਮਾਦਾ ਸਰਕਾਰ ਨੂੰ ਦਿਖਾਉਣਾ ਚਾਹੀਦਾ। ਮੇਰਾ ਤਾਂ ਇਹ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਤਾਂ 50-100 ਕਰੋੜ ਰੁਪਏ ਸਟੇਟ ਗਵਰਨਮੈਂਟ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਦੇਣਾ ਚਾਹੀਦਾ। ਜਿਹੜੀਆਂ ਸਾਡੀਆਂ ਐਜੂਕੇਸ਼ਨਲ ਆਰਗੇਨਾਈਜੇਸ਼ਨ ਹੈ, ਸਟੇਟ ਗਵਰਨਮੈਂਟਸ ਦੀ ਜ਼ਰੂਰੀ ਦੀ ਇਹ ਮੋਰਲ ਡਿਊਟੀ ਹੈ ਕਿ ਉਹਨਾਂ ਨੂੰ ਫਾਈਨੈਂਸ਼ੀਅਲੀ ਉਹ ਫੰਡ ਕਰਨ। ਉਹਨਾਂ ਕੋਲੇ ਪੈਸੇ ਦੀ ਕਮੀ ਹੈ ਯੂਨੀਵਰਸਿਟੀ ਕੋਲੇ, ਇਸੇ ਕਰਕੇ ਖਤਰਾ ਖੜਾ ਹੋ ਰਿਹਾ ਕਿ ਉਹ ਕੇਂਦਰ ਕੋਲੇ ਜਾਊ। ਉੱਥੋਂ ਦੇ ਮੁਲਾਜ਼ਮਾਂ ਨੂੰ ਤੁਸੀਂ ਇਕੁਅਲ ਪੇ ਕਮਿਸ਼ਨ ਦਿਓ ਜੋ ਸੈਂਟਰ ਦੇ ਰਿਹਾ। ਸਾਡੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਲਈ ਅੰਦੋਲਨ ਕਰਨੇ ਪੈਂਦੇ। ਇਹੀ ਰੀਜ਼ਨ ਹੈ ਜਿਹਦੇ ਕਰਕੇ ਖਤਰਾ ਖੜਾ ਹੋਇਆ ਕਿ ਉਹ ਕੇਂਦਰ ਨੂੰ ਸ਼ਿਫਟ ਹੋ ਸਕਦੀ ਹੈ। ਸਾਡੀ ਬਹੁਤ ਮਾਣਮੱਤੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਚੰਡੀਗੜ੍ਹ। ਉੱਥੇ ਇਹੋ ਜਿਹੇ ਮਹਿਕਮੇ ਨੇ ਹਰਜੋਤ ਜੀ, ਜਿਹੜੇ ਸਾਡੇ ਪੰਜਾਬੀਆਂ ਦੇ ਰੋਜ਼ ਦੇ ਜੀਵਨ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ, ਡਾਟਾ, ਸਾਡੇ ਪੰਜਾਬੀਆਂ ਦਾ ਰਹਿਣ ਸਹਿਣ, ਸਾਡੇ ਜਿਹੜੇ ਇਕਨੋਮਿਕਲ ਹੈਬਿਟਸ ਨੇ, ਸਾਡੇ ਇਕਨੋਮਿਕਲ ਜਿਹੜੇ ਰੇਸ਼ੋ ਨੇ, ਪੰਜਾਬੀਆਂ ਦੀ ਜਿਹੜੀ ਜ਼ਿੰਦਗੀ ਦੇ ਖੇਤੀ ਨਾਲ ਕੰਮਕਾਰ ਦੇ ਪ੍ਰਤੀ ਜਿਹੜੀ ਉਹਨਾਂ ਦੀ ਰੁਚੀ ਹੈ, ਸਾਡੇ ਲੋਕਾਂ ਦੀ ਐਵਰੇਜ ਜ਼ਿੰਦਗੀ ਕਿੰਨੀ ਹੈ, ਫੈਕਟਰ ਕਿਹੜੇ ਨੇ, ਪਾਣੀ ਤੋਂ ਲੈ ਕੇ ਕਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਤੇ ਅਸਰ ਪਾਉਂਦੀਆਂ ਨੇ, ਕਿਉਂਕਿ ਬਹੁਤ ਸਾਰੇ ਹੋਮ ਸਾਇੰਸ ਨਾਲ ਸੰਬੰਧਿਤ ਵਿਸ਼ੇ ਹੁੰਦੇ ਨੇ। ਇਹ ਬਹੁਤ ਇਕਨੋਮਿਕਸ ਨਾਲ ਸੰਬੰਧਿਤ ਨੇ। ਸਾਡੀ ਜਿਹੜਾ ਇਕਨੋਮਿਕਸ ਦਾ ਪੁਆਇੰਟ ਹੈ, ਸਾਡੀ ਐਗਰੀਕਲਚਰ ਬੇਸਡ ਅਸੀਂ ਇਕੋਨਮੀ ਆ, ਔਰ ਸਾਡੀ ਆਮ ਫਾਰਮਿੰਗ ਕਮਿਊਨਿਟੀ ਹੈ, ਜਾਂ ਜਿਹੜੀ ਸਾਡੀ ਸਿਵਲ ਸੁਸਾਇਟੀ ਹੈ, ਉਹਦੇ 'ਚ ਸੋਰਸ ਆਫ ਇਕਨੋਮਿਕਸ, ਉਹਨਾਂ ਦੇ ਸੋਰਸ ਆਫ ਇਨਕਮ ਕਿੰਨੇ ਕੁ ਡਿਕਰੀਜ਼ ਹੋ ਰਹੇ ਨੇ, ਕਿਵੇਂ ਡਿਕਰੀਜ਼ ਹੋਏ, ਕਿਉਂ ਪੰਜਾਬ ਤੇ ਕਰਜ਼ਾ ਆ ਰਿਹਾ, ਇਹ ਸਾਰੀਆਂ ਤਰ੍ਹਾਂ ਦੇ ਉਹਦੇ ਤੇ ਰਿਸਰਚ, ਖੋਜਾਂ ਵਿਦਿਆਰਥੀ ਕਰਦੇ ਰਹਿੰਦੇ ਨੇ, ਪੇਪਰ ਪੜ੍ਹਦੇ ਰਹਿੰਦੇ ਨੇ, ਕਿਤਾਬਾਂ 'ਚ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਸੋ ਪੰਜਾਬ ਯੂਨੀਵਰਸਿਟੀ, ਮੇਰਾ ਇਹ ਕਹਿਣਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਹੈ। ਅਗਰ ਪੰਜਾਬ ਯੂਨੀਵਰਸਿਟੀ ਦੀ ਹਾਲਤ ਕਮਜ਼ੋਰ ਹੈ, ਸਮਝ ਲਓ ਪੰਜਾਬ ਦੀ ਹਾਲਤ ਕਮਜ਼ੋਰ ਹੈ। ਚਿੱਠੀ ਲਿਖਣ ਨਾਲ ਕੁਝ ਨਹੀਂ ਹੋਣਾ ਹੈ। ਤਾਂ ਵਿਧਾਨ ਸਭਾ 'ਚ ਮਤਾ ਵੀ ਪਾਤਾ ਸੀ,
ਸਰਕਾਰ ਨੇ ਵੀ ਜੀ। ਅਸੀਂ ਚੰਡੀਗੜ੍ਹ ਲੈ ਕੇ ਹਟਾਂਗੇ, ਉਸ ਤੋਂ ਬਾਅਦ ਕੋਈ ਕਾਰਵਾਈ ਹੋਈ? ਤੁਸੀਂ ਦੱਸੋ ਕੀ ਹੋਇਆ ਉਸ ਤੋਂ ਬਾਅਦ? ਜੇ ਹੁੰਦੇ ਨਾ ਬਿਲਕੁਲ। ਕੇਜਰੀਵਾਲ ਸਾਹਿਬ, ਜੀ। ਉਹਨਾਂ ਨੇ ਸੜਕ ਤੇ ਪੈ ਜਾਣਾ ਸੀ ਕੰਬਲ ਲੈ ਕੇ, ਉਦਾਂ ਦਾ ਮਾਦਾ ਦਿਖਾਉਣਾ ਪੈਣਾ ਹੈ। ਐਵੇਂ ਨਹੀਂ ਕੇਜਰੀਵਾਲ ਸਾਹਿਬ ਦਿੱਲੀ ਦੀ ਸੜਕ ਤੇ ਕੰਬਲ ਲੈ ਕੇ ਪੈ ਗਏ ਸੀ। ਕੇਜਰੀਵਾਲ ਨੂੰ ਸੰਘਰਸ਼ ਕਰਨਾ ਆਉਂਦਾ ਹੈ। ਇਹ ਪੰਜਾਬ ਦੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਿੱਖਣਾ ਚਾਹੀਦਾ ਕੇਜਰੀਵਾਲ ਸਾਹਿਬ। ਜੋ ਅੱਜ ਫੌਜ ਦੇ 3 ਸੀਨੀਅਰ ਅਧਿਕਾਰੀਆਂ ਵੱਲੋਂ ਪੀਸੀ ਕੀਤੀ ਗਈ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੋਈ ਬਦਲਾਅ ਨਹੀਂ ਕੀਤੇ ਜਾਏਗਾ ਇਸ ਨੀਤੀ ਵਿੱਚ। ਹੋਰ ਕਿਹੜੇ ਤੱਥਾਂ ਬਾਰੇ ਉਹਨਾਂ ਨੇ ਖੁੱਲ ਕੇ ਜਾਣਕਾਰੀ ਦਿੱਤੀ ਅਗਨੀਪਥ ਸਕੀਮ ਨੂੰ ਲੈ ਕੇ? ਦੇਖੋ, ਮੈਂ ਪਹਿਲੇ ਦਿਨ ਤੋਂ ਅਗਨੀਪਥ ਸਕੀਮ ਦੀ ਵਕਾਲਤ ਕਰ ਰਿਹਾ। ਦੇਖੋ, ਅੱਜ ਫੌਜ ਦੇ ਵੱਡੇ ਵੱਡੇ ਅਫਸਰ ਆਏ। ਮੈਂ ਪਹਿਲਾਂ ਤਾਂ ਨਾਂ ਲੈਦਾ, ਜਿਹੜੇ ਸਾਡੇ ਥਲ ਸੈਨਾ ਵਾਲੇ ਨੇ, ਲੈਫਟੀਨੈਂਟ ਜਨਰਲ ਬੰਸੀ ਪੁਨੱਪਾ ਸੀਗੇ, ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਉਹ ਬੈਠੇ। ਫਿਰ ਸਾਡੀ ਜਿਹੜੀ ਨੌ ਸੈਨਾ ਕਹਿੰਦੇ ਆ ਜਿਹਨੂੰ, ਪਾਣੀ ਵਾਲੀ ਸੈਨਾ, ਨੇਵੀ, ਉਹ 'ਚ ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਸੀਗੇ। ਤੇ ਫਿਰ ਸਾਡੀ ਹਵਾਈ ਫੌਜ ਦੇ ਏਅਰ ਮਾਰਸ਼ਲ ਸੂਰਜ ਝਾ, ਉਹ ਸੀਗੇ। ਸੋ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹਰਜੋਤ ਜੀ ਕਿ 1999 ਤੋਂ ਇਹ ਕੰਮ ਚੱਲ ਰਿਹਾ ਸੀ। ਜਿਹੜੀ ਇਹ ਸਕੀਮ ਹੁਣ ਲਾਗੂ ਹੋਈ ਹੈ ਅਗਨੀਪਥ, 1999 ਤੋਂ। ਇਹਦਾ ਮਤਲਬ ਹੈ ਜਿਹੜੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਵਿਰੋਧ ਕਰੀ ਜਾਂਦੇ ਨੇ, ਭਾਵੇਂ ਸਾਡੇ ਬੀਬੀ ਮਾਇਆਵਤੀ ਜੀ ਨੇ, ਭਾਵੇਂ ਰਾਹੁਲ ਗਾਂਧੀ ਜੀ ਨੇ, ਜਾਂ ਭਾਵੇਂ ਹੋਰ ਵੱਡੇ ਵੱਡੇ ਲੀਡਰ, ਇਹਦਾ ਮਤਲਬ ਹੈ ਉਹਨਾਂ ਨੂੰ ਫੌਜ ਬਾਰੇ ਪਤਾ ਹੀ ਨਹੀਂ ਇੰਨਾ ਕੁਛ ਕਿ ਫੌਜ 1999 ਤੋਂ 1989 ਉਹਦੇ ਤੋਂ ਇਸ ਤਰੀਕੇ ਦੇ ਪ੍ਰੋਸੈਸ ਤੇ ਲੱਗੀ ਹੋਈ ਸੀ ਕਿ ਅਸੀਂ ਕਿਵੇਂ ਰਿਫਾਰਮਸ ਕਰਨੇ ਨੇ ਸਾਡੀ ਫੌਜ ਦੇ ਵਿੱਚ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਲਗਾਤਾਰ ਕੰਮ ਚੱਲ ਰਿਹਾ ਸੀ। ਔਰ ਉਹਨਾਂ ਨੇ ਇੱਕ ਤੱਥ ਦਿੱਤਾ, ਭਾਵੇਂ 1999 ਵੇਲੇ ਨਾਮ ਅਗਨੀਪਥ ਨਾ ਹੋਵੇ, ਇਹ ਰਿਫਾਰਮਸ ਦਾ ਪ੍ਰੋਸੈਸ ਹੈ। ਇਹ ਤਾਂ ਪਤਾ ਹੀ ਹੋਣਾ ਵੱਡੇ ਲੀਡਰਾਂ ਨੂੰ ਵੀ ਆਰਮੀ ਦੇ ਰਿਫਾਰਮਸ ਚੱਲ ਰਹੇ ਸੀ। ਸੋ ਜੇ ਉਹਨਾਂ ਨੂੰ ਪਤਾ ਰਿਫਾਰਮਸ ਚੱਲ ਰਹੇ ਸੀ ਤੇ ਇਹ ਪਾਰਟ ਆਫ ਰਿਫਾਰਮ ਹੈ, ਕਿਉਂਕਿ ਉਸ ਦਿਨ ਉਹਨਾਂ ਨੇ ਕਿਹਾ ਜਿਸ ਦਿਨ ਇਹ ਸਕੀਮ ਨੂੰ ਲਾਗੂ ਕੀਤਾ। ਹੁਣ ਹਰਜੋਤ ਜੀ ਉਹ ਕਹਿੰਦੇ ਕਿ ਆਰਮੀ ਚੋਂ ਹਰ ਸਾਲ 17,600 ਲੋਕ, 600 ਸਾਡੇ ਜਵਾਨ, 17,600 ਜਵਾਨ ਅਫਸਰ ਸਾਰੇ ਕਹਿ ਲਓ, ਵਕਤ ਤੋਂ ਪਹਿਲਾਂ ਰਿਟਾਇਰਮੈਂਟ ਲੈ ਲੈਂਦੇ ਨੇ। ਦੇਖੋ ਕਿੱਡੀ ਵੱਡੀ ਗੱਲ ਹੈ। ਹੁਣ ਜਿਹੜੇ ਵਕਤ ਤੋਂ ਪਹਿਲਾਂ ਰਿਟਾਇਰਮੈਂਟ ਲੈ ਲੈਂਦੇ ਨੇ, ਹੈ ਤਾਂ ਉਹ ਵੀ ਦੇਸ਼ ਭਗਤ ਹੈ, ਕਿਉਂਕਿ ਸਾਡੇ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਜੇ ਆਰਮੀ 'ਚ 4 ਸਾਲ ਦੀ ਨੌਕਰੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਆਰਮੀ ਤੋਂ ਵਿਹਲੇ ਕਰ ਦੇਣਗੇ, ਤੇ ਕਹਿੰਦੇ ਸੀ ਉਹਨਾਂ ਨੂੰ ਪੈਨਸ਼ਨ ਨਹੀਂ ਹੋਣੀ, ਜਦਕਿ ਉਹ ਤਾਂ 11.71 ਲੱਖ ਰੁਪਇਆ ਦੇ ਰਹੇ ਆ। ਹੁਣ 17,600 ਲੋਕ ਵਕਤ ਤੋਂ ਪਹਿਲਾਂ ਰਿਟਾਇਰਮੈਂਟ ਲੈ ਲੈਂਦੇ ਨੇ, ਉਹ ਵੀ ਇੱਕ ਪੱਖ ਹੈ। ਉਹਦੇ ਨਾਲ ਆਰਮੀ ਨੂੰ ਅਫਸਰਾਂ ਦੀ, ਜਵਾਨਾਂ ਦੀ ਕਮੀ ਨਾਲ ਜੂਝਣਾ ਪੈਂਦਾ। ਔਰ ਇਹ ਵੀ ਪਤਾ ਲੱਗਿਆ ਵੀ ਜਿਹੜੇ ਕਈ ਰਿਟਾਇਰਮੈਂਟ ਲੈ ਲੈਂਦੇ ਆ, ਉਹਨਾਂ ਦੀਆਂ ਉਮਰਾਂ ਛੋਟੀਆਂ ਹੁੰਦੀਆਂ, ਉਹਨਾਂ ਚੋਂ ਕਈ ਬਾਹਰ ਚਲੇ ਜਾਂਦੇ, ਕਈ ਆਪਣੇ ਹੋਰ ਕੰਮਾਂ ਕਾਰਾਂ 'ਚ ਚਲੇ ਜਾਂਦੇ ਨੇ। ਸੋ ਉਹ ਆਰਮੀ ਦੇ ਲੋਕ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਆਰਮੀ ਨੂੰ ਇੱਕ ਯੰਗ ਆਰਮੀ ਬਣਾਉਣਾ ਚਾਹੁੰਦੇ ਹਾਂ, ਜਿਹਦੇ 'ਚ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਦੀ ਉਹਦੇ ਵਿੱਚ ਸ਼ਮੂਲੀਅਤ ਹੋਵੇ। ਔਰ ਜਿਹੜਾ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਨੇ ਦੱਸਿਆ ਕਿ ਆਰਮੀ ਨੂੰ ਯੰਗ ਕਰਨ ਦੇ ਲਈ ਐਵਰੇਜ ਉਮਰ ਜਿਹੜੀ ਸਾਡੇ ਆਰਮੀ ਪਰਸਨਸ ਦੀ ਹੈ ਇਸ ਸਕੀਮ ਤੋਂ ਬਾਅਦ, ਉਹ 26 ਸਾਲ ਹੋ ਜੂਗੀ। ਇਹ ਇੱਕ ਬਹੁਤ ਵੱਡਾ ਉਹਦੇ ਪਿੱਛੇ ਫੈਕਟਰ ਸੀ। ਔਰ ਦੂਸਰਾ, ਉਹ ਕਹਿੰਦੇ ਵੀ ਜਿਹੜੇ ਸਾਡੇ ਅਗਨੀਵੀਰ ਹੋਣਗੇ, ਉਹਨਾਂ ਨੂੰ ਜੇ ਉਹ ਸਿਆਚਿਨ 'ਚ ਤੈਨਾਤ ਹੋਣਗੇ ਜਾਂ ਕਿਤੇ ਵੀ ਤੈਨਾਤ ਹੋਣਗੇ, ਉਹਨਾਂ ਨੂੰ ਭੱਤੇ ਵਗੈਰਾ ਉਹੀ ਮਿਲਣਗੇ ਜਿਹੜੇ ਪੁਰਾਣੇ ਸਾਡੇ ਫੌਜੀਆਂ ਨੂੰ ਮਿਲਦੇ ਸੀ। ਉਹਦੇ 'ਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ। ਮੈਡੀਕਲ ਲੀਵ ਮਿਲੇਗੀ ਹਰਜੋਤ ਜੀ, 1 ਮਹੀਨੇ ਦੀ ਛੁੱਟੀ ਮਿਲੇਗੀ ਸਾਲ ਦੇ ਵਿੱਚ, 30,000 ਰੁਪਇਆ ਮਹੀਨਾ ਤਨਖਾਹ ਸ਼ੁਰੂ ਹੋਣੀ ਹੈ। ਔਰ ਫੌਜ ਥਲ ਸੈਨਾ ਨੇ ਇਹ ਕਹਿਤਾ ਕਿ ਅਸੀਂ ਦਸੰਬਰ ਦੇ ਪਹਿਲੇ ਹਫਤੇ 25,000 ਜਿਹੜੇ ਅਗਨੀਵੀਰ ਨੇ ਉਹਨਾਂ ਨੂੰ ਭਰਤੀ ਕਰਨ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਇਸ ਦਸੰਬਰ 'ਚ। ਔਰ ਦੂਸਰਾ ਬੈਚ ਹੈ ਜਿਹੜਾ 2023 ਦੇ ਆਸ-ਪਾਸ ਸ਼ਾਮਿਲ ਕੀਤਾ ਜਾਵੇਗਾ, ਜਿਹਦੇ ਨਾਲ ਕੁੱਲ 40,000 ਹੋ ਜਾਣਗੇ। ਇਹਦਾ ਮਤਲਬ ਹੈ 15,000 2023 ਦੀ ਫਰਵਰੀ, ਅਗਲੇ ਸਾਲ ਦੀ ਫਰਵਰੀ, ਇਸ ਤਰੀਕੇ ਨਾਲ ਭਰਤੀ ਕੀਤੀ ਜਾਣੀ ਹੈ। ਔਰ ਇੰਡੀਅਨ 에ਅਰ ਫੋਰਸ ਦੇ ਵਿੱਚ 24 ਜੂਨ ਹੈ ਜਿਹੜੀ ਭਰਤੀ ਸ਼ੁਰੂ ਹੋ ਜਾਣੀ ਹੈ। ਔਰ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਹੈ ਇਹਦੇ ਵਿੱਚ ਕਿ ਜਿਨ੍ਹਾਂ ਲੋਕਾਂ ਤੇ FIR ਹੋਏਗੀ ਜਾਂ ਜਿਹੜੇ ਲੋਕ ਹਿੰਸਾ 'ਚ ਸ਼ਾਮਿਲ ਹੋਣਗੇ, ਉਹ ਇਹਦੀ ਐਪਲੀਕੇਸ਼ਨ ਦੀ ਪ੍ਰਕਿਰਿਆ ਦਾ, ਭਰਤੀ ਦੀ ਪ੍ਰਕਿਰਿਆ ਦਾ ਹਿੱਸਾ ਨਹੀਂ ਬਣ ਸਕਣਗੇ। ਸੋ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਗੁੰਮਰਾਹ ਨਾ ਹੋਵੋ। ਅਗਰ ਤੁਹਾਨੂੰ ਕੋਈ ਗੁੰਮਰਾਹ ਕਰ ਰਿਹਾ, ਗੁੰਮਰਾਹ ਨਾ ਹੋ, ਤੁਸੀਂ ਤੱਥ ਸਮਝੋ, ਤੁਸੀਂ ਫੈਕਟ ਸਮਝੋ
ਤੁਸੀਂ ਵੱਖ-ਵੱਖ ਥਾਵਾਂ ਤੇ ਆਰਮੀ ਦੇ ਜਿਹੜੇ ਦਫ਼ਤਰ ਨੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ, ਟੈਲੀਫੋਨ ਨੰਬਰਾਂ ਦੇ ਜ਼ਰੀਏ, ਪਬਲਿਕ ਟੈਲੀਫੋਨ ਨੰਬਰਾਂ ਦੇ ਜ਼ਰੀਏ, ਵੈਬਸਾਈਟਸ ਤੇ ਪੜ੍ਹੋ, ਰੱਖਿਆ ਮਹਿਕਮੇ ਦੀਆਂ ਵੈਬਸਾਈਟਸ ਤੇ ਪੜ੍ਹੋ। ਸੋ ਬਹੁਤ ਫਾਇਦੇਮੰਦ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਦੱਸੀਆਂ ਨੇ। ਔਰ ਮੇਰਾ ਇਹ ਓਪੀਨੀਅਨ ਹੈ ਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ, ਮੈਂ ਕਮੈਂਟ ਪੜ੍ਹ ਰਿਹਾ ਸੀ ਕੱਲ, ਬੜੇ ਮਾਨਯੋਗ ਸਾਡੇ ਪੰਜਾਬੀ ਸੀ, ਉਹ ਕਹਿੰਦੇ ਡੱਲਾ ਜੀ 12 ਲੱਖ ਰੁਪਏ ਕੀ ਹੁੰਦਾ? ਮੈਂ ਹੈਰਾਨ ਹੋ ਗਿਆ ਇਹ ਸੁਣ ਕੇ ਕਿ ਸਾਡਾ ਕੋਈ ਪੰਜਾਬੀ ਇਹ ਕਹਿ ਰਿਹਾ ਵੀ 12 ਲੱਖ ਰੁਪਏ ਕੀ ਹੁੰਦਾ। ਤੁਸੀਂ ਦੱਸੋ, 12 ਲੱਖ ਰੁਪਏ ਕਮਾਉਣ ਲਈ ਜ਼ਿੰਦਗੀਆਂ ਨਿਕਲ ਜਾਂਦੀਆਂ ਨੇ। ਕਿੰਨੇ ਸਾਡੇ ਅਜਿਹੇ ਲੋਕ ਨੇ ਜਿਹੜੇ ਆਪਣੀ ਜ਼ਿੰਦਗੀ 'ਚ 50-50 ਸਾਲ 60-60 ਸਾਲ ਦਾ ਕੰਮ ਕਰਕੇ ਵੀ 12 ਲੱਖ ਰੁਪਏ ਨਹੀਂ ਜੋੜ ਸਕਦੇ। ਔਰ ਇਹ ਘੱਟ ਖੁਸ਼ੀ ਵਾਲੀ ਗੱਲ ਨਹੀਂ ਕਿ 17 ਸਾਲ ਦਾ ਇੱਕ ਕਿਸ਼ੋਰ 17.5 ਸਾਲ ਦਾ 21 ਸਾਲ 'ਚ ਤਨਖਾਹ ਵੀ ਲਊਗਾ 30,000 40,000, ਤਨਖਾਹ ਵੀ ਵੱਧਦੀ ਜਾਣੀ, ਤੇ ਪੌਣੇ 12 ਲੱਖ ਰੁਪਏ 11,71,000 ਰੁਪਏ 4 ਸਾਲ ਬਾਅਦ ਲੈ ਕੇ ਇੱਕ ਸਰਟੀਫਿਕੇਟ ਲੈ ਕੇ ਸਕਿਲਡ ਹੋ ਕੇ ਨਿਕਲੂਗਾ। ਮੈਨੂੰ ਲੱਗਦਾ ਅਜਿਹੇ ਵਿਦਿਆਰਥੀ ਅਗਰ ਦੁਨੀਆ ਦੇ ਕਿਸੇ ਮੁਲਕ ਲਈ ਵੀਜ਼ਾ ਵੀ ਅਪਲਾਈ ਕਰਨਗੇ ਨਾ, ਪੜ੍ਹਨ ਲਿਖਣ ਲਈ, ਐਡਵਾਂਸ ਸਟੱਡੀ ਲਈ, ਕੰਮਕਾਰ ਲਈ, ਕਿਸੇ ਨੇ ਮਨਾ ਨਹੀਂ ਕਰਨਾ ਕਿ ਇੰਡੀਆ ਵਰਗੀ ਆਰਮੀ ਦਾ ਟ੍ਰੇਨਡ ਅਗਨੀਵੀਰ ਫੌਜੀ ਜਵਾਨ ਸਾਡੇ ਮੁਲਕ ਲਈ ਵੀਜ਼ਾ ਮੰਗ ਰਿਹਾ, ਭਾਵੇਂ ਪੜ੍ਹਾਈ ਦਾ ਮੰਗ ਰਿਹਾ, ਭਾਵੇਂ ਕੋਈ ਹੋਰ ਮੰਗ ਰਿਹਾ। ਕਿੰਨਾ ਡਿਸਪਲਿਨ ਉਹਨਾਂ ਦੇ ਵਿੱਚ ਆ ਜਾਊਗਾ ਜ਼ਿੰਦਗੀ 'ਚ। ਹੁਣ ਦੇਖੋ, ਮੈਂ ਤਾਂ ਇਸ ਗੱਲ ਦਾ ਵੀ ਵਿਰੋਧੀ ਨਹੀਂ, ਕਈ ਲੋਕ ਕਹਿੰਦੇ ਜੀ ਕਿ ਬੱਚੇ ਸਾਡੇ ਮੁਲਕ ਛੱਡ ਦੂਜੇ ਦੇਸ਼ਾਂ 'ਚ ਜਾਈ ਜਾਂਦੇ ਆ। ਪੁਰਾਣੇ ਸਮਿਆਂ 'ਚ ਸਾਡੇ ਕਿੰਨੇ ਲੀਡਰ ਨੇ ਜਿਹੜੇ ਬਾਹਰ ਪੜ੍ਹ ਕੇ ਆਏ ਆ ਜੀ। ਸਾਡੇ ਵੱਡੇ ਲੀਡਰ ਦੁਨੀਆ ਦੇ ਬਾਹਰ ਪੜ੍ਹਨ ਜਾਂਦੇ ਸੀ। ਕੀ ਸਿਰਫ ਅਮੀਰ ਵਿਅਕਤੀ ਨੂੰ ਹੀ ਹੱਕ ਹੈ ਕਿ ਉਹ ਕੈਨੇਡਾ ਜਾ ਕੇ ਪੜ੍ਹੇ ਜੀ? ਸਿਆਣਾ ਪੜ੍ਹਿਆ ਲਿਖਿਆ ਆਪਣੇ ਪਰਿਵਾਰ 'ਚ ਕੋਈ ਮਿਹਨਤਕਸ਼ ਗਰੀਬ ਪਰਿਵਾਰ ਦਾ ਬੱਚਾ ਜੇ ਬਾਹਰ ਜਾ ਕੇ ਪੜ੍ਹਦਾ, ਕੀ ਬੁਰਾਈ ਹੈ? ਇੱਕ ਪਾਸੇ ਅਸੀਂ ਕਹਿੰਦੇ ਹਾਂ ਦੁਨੀਆ ਗਲੋਬਲ ਵਿਲੇਜ ਹੈ, ਇਹ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹੋ ਜਿਹੇ ਸਾਧਨ ਬਣਾਈਏ ਕਿ ਜਿਹੜਾ ਵਿਦਿਆਰਥੀ ਸਾਡਾ ਬਾਹਰ ਜਾ ਕੇ ਪੜ੍ਹਦਾ ਉਹ ਸਾਡੇ ਮੁਲਕ 'ਚ ਮੁੜੇ ਵੀ ਮੇਰੇ ਇੰਡੀਆ 'ਚ ਇੰਨੇ ਸਾਧਨ ਨੇ, ਹੁਣ ਮੈਂ ਵੱਡੀ ਪੜ੍ਹਾਈ ਕਰ ਲਈ, ਹੁਣ ਮੈਂ ਇੰਡੀਆ ਜਾ ਕੇ ਕੰਮ ਕਰੂੰਗਾ। ਆਪਣੀ ਕਮੀ ਵੀ ਅਸੀਂ ਉਹਨਾਂ ਦੇ ਸਿਰ ਤੇ ਮੜੀ ਜਾਂਦੇ ਹਾਂ ਵੀ ਨੌਜਵਾਨ ਜੀ ਦੇਸ਼ ਛੱਡ ਜਾਈ ਜਾਂਦੇ। ਇੱਕ ਪਾਸੇ ਅਸੀਂ ਮਾਣ ਕਰਦੇ ਹਾਂ ਵੀ ਸਾਡੇ ਲੋਕ ਦੇਖੋ ਜੀ ਵਿਦੇਸ਼ਾਂ 'ਚ ਮੰਤਰੀ ਬਣ ਗਏ, ਕੈਨੇਡਾ 'ਚ ਮੰਤਰੀ ਬਣ ਗਏ, ਸਾਡੇ ਇੰਨੇ, ਕੋਈ ਮੇਅਰ ਬਣ ਗਿਆ, ਕੋਈ ਪਾਰਲੀਮੈਂਟ 'ਚ ਪਹੁੰਚ ਗਿਆ। ਫਿਰ ਉਹ ਬਾਹਰ ਹੀ ਗਏ ਸੀ, ਉਹ ਇੰਡੀਆ 'ਚ ਬੈਠੇ ਥੋੜੀ ਹੋ ਜਾਣਗੇ। ਫਿਰ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਹਾਂ ਜੀ, ਦੇਖੋ ਜੀ ਹਰ ਦੁਨੀਆ ਦੀ, ਹਰ ਮੁਲਕ ਦੀ ਪਾਰਲੀਮੈਂਟ 'ਚ ਸਾਡੇ ਪੰਜਾਬੀ ਪਹੁੰਚ ਗਏ ਜੀ। UK ਦੇਖ ਲਓ ਜੀ, ਅਮਰੀਕਾ ਦੇਖ ਲਓ ਜੀ। ਤੇ ਫਿਰ ਅਸੀਂ ਕਹਿੰਦੇ ਹਾਂ ਜੀ ਦੇਖੋ ਜੀ ਨੌਜਵਾਨ ਸਾਡਾ ਮੁਲਕ ਛੱਡ ਕੇ ਭੱਜੀ ਜਾ ਰਹੇ ਨੇ ਜੀ। ਉਹ ਆਪਣੀ ਜ਼ਿੰਦਗੀ ਬਣਾਉਣ ਜਾ ਰਹੇ ਨੇ, ਜਿਹਦੇ ਕੋਲੇ ਜਿਹਦਾ ਜਿੰਨਾ ਸਾਧਨ ਹੈ ਉਹ ਐਡੀ ਕੋਸ਼ਿਸ਼ ਕਰਦਾ। ਇਸ ਕਰਕੇ ਇਹ 17 ਤੋਂ 21.5 ਸਾਲ ਦੇ ਵਿਦਿਆਰਥੀਆਂ ਲਈ ਤਾਂ ਉਮਰ ਹੱਦ ਵਧਾਤੀ ਹੁਣ ਕਹਿੰਦੇ। ਔਰ ਰਿਜ਼ਰਵੇਸ਼ਨ ਅੱਗੇ ਰੱਖਿਆ ਮਹਿਕਮੇ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਬੈਨੀਫਿਟ ਆਰਮੀ ਨੇ ਦਿੱਤੇ ਨੇ। ਸੋ ਨੌਜਵਾਨਾਂ ਨੂੰ ਇਸ ਸਕੀਮ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੀਦਾ। ਜਿਹੜੇ ਵਿਰੋਧ ਕਰਨ ਵਾਲੇ ਲੋਕ ਨੇ, ਪੋਲੀਟੀਕਲ ਲੋਕ ਨੇ, ਉਹਨਾਂ ਨੂੰ ਕਹੋ ਵੀ ਤੁਸੀਂ ਵੀ ਇਸ ਸਕੀਮ ਬਾਰੇ ਚੰਗੀ ਤਰ੍ਹਾਂ ਪੜ੍ਹੋ ਤੇ ਸਾਡੇ ਨਾਲ ਡਿਬੇਟ ਕਰੋ। ਹੈਲਦੀ ਡਿਬੇਟ ਹੋ ਜਾਏ ਫਿਰ ਠੀਕ ਹੈ ਜੀ। ਆਪਣੇ ਆਪ ਵਿੱਚ ਬਹੁਤ ਵੱਡਾ ਵਿਸ਼ਾ ਜੋ ਹੈ ਖੁਦ ਇਹ ਅਗਨੀਪਥ ਯੋਜਨਾ ਬਣ ਚੁੱਕੀ ਹੈ। ਸੋ ਉਸਦੇ ਸਾਰੇ ਤੱਥਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਲੋਕਾਂ ਨੂੰ ਆਪਣੀ ਵਿਚਾਰਧਾਰਾ ਇਸ ਦੇ ਪ੍ਰਤੀ ਜ਼ਰੂਰ ਬਣਾਉਣੀ ਚਾਹੀਦੀ ਹੈ। ਸੋ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ। ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਪ੍ਰੋਗਰਾਮ ਨਾਲ ਜੁੜਦੇ ਨੇ, ਆਪਣੇ ਕਮੈਂਟ ਜ਼ਰੀਏ ਆਪਣੇ ਸੁਝਾਅ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ। ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।